ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਭਗਤ ਦੀਆਂ ਖਬਰਾਂ ਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਫਿਰ ਲੈ ਕੇ ਆਏ ਹਾਂ ਇੱਕ ਪੱਕਦੀ ਹੋਈ ਖਬਰ ਜਾਂ ਇੱਕ ਮੁੱਦਾ ਜਿਹਦੇ ਉੱਪਰ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਹਨ ਸੰਦੀਪ ਸਿੰਘ ਜੀ ਤੇ ਪ੍ਰਿਤਪਾਲ ਸਿੰਘ ਚੱਠਾ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਜੀ। ਅੱਜ ਆਪਾਂ ਗੱਲ ਜਿਹੜੀ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਸੂਖਮ ਵਿਸ਼ਾ ਹੈ, ਬਹੁਤ ਹੀ ਨਾਜ਼ੁਕ ਵਿਸ਼ਾ ਹੈ, ਸਾਡੇ ਸਿੱਖਾਂ ਦੇ ਨਾਲ ਜੁੜਿਆ ਹੋਇਆ। 5 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਮਨਾਇਆ ਗਿਆ ਤੇ ਖਬਰ ਇਹ ਵੀ ਹੈ ਕਿ 16 ਤਰੀਕ ਨੂੰ ਵੀ ਕੁਝ ਗੁਰਦੁਆਰਾ ਸਾਹਿਬਾਨਾਂ ਵਿੱਚ ਇਹ ਜਿਹੜਾ ਗੁਰਪੁਰਬ ਮਨਾਇਆ ਜਾਵੇਗਾ। ਇਹ ਜਿਹੜਾ 5 ਤਰੀਕ ਔਰ 16 ਤਰੀਕ ਦੀ ਇੱਕ ਕਨਫਿਊਜ਼ਨ, ਇੱਕ ਜਿਹੜੀ ਡਬਲ ਤਰੀਕ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਆਮ ਸਿੱਖ ਹੈਗੇ ਆ, ਆਮ ਸਿੱਖ ਭਰਾ ਹੈਗੇ ਆ, ਉਹਨਾਂ ਲਈ ਕਾਫੀ ਕਨਫਿਊਜ਼ਨ ਕ੍ਰੀਏਟ ਕਰਦੀ ਹੈ। ਉਹਨਾਂ ਨੂੰ ਕਾਫੀ ਇਹਦੇ ਉੱਪਰ ਸਵਾਲ ਜਿਹੜੇ ਹੈਗੇ ਆ ਮਨਾਂ ਵਿੱਚ ਜ਼ਰੂਰ ਆਉਂਦੇ ਹੋਣਗੇ, ਜਿਸ ਤਰ੍ਹਾਂ ਮੇਰੇ ਮਨ ਵਿੱਚ ਵੀ ਆਉਂਦੇ ਆ ਕਿ ਇਹ 2 ਤਰੀਕਾਂ ਕਿਉਂ ਹੋ ਗਈਆਂ, ਕਿਹੜੀ ਤਰੀਕ ਸਹੀ ਆਪਾਂ ਨੂੰ ਮੰਨਣੀ ਚਾਹੀਦੀ ਆ। 5 ਤਰੀਕ ਜਿਹੜੀ ਲੰਘ ਕੇ ਗਈ ਆ ਸਾਨੂੰ ਉਦੋਂ ਮਨਾਉਣਾ ਚਾਹੀਦਾ ਸੀ, ਜਾਂ ਜਿਹੜੀ 16 ਤਰੀਕ ਹੈਗੀ ਆ ਸਾਨੂੰ ਉਦੋਂ ਮਨਾਉਣਾ ਚਾਹੀਦਾ ਸੀਗਾ। ਇਸ ਜਿਹੜਾ 5 ਔਰ 16 ਦਾ ਜਿਹੜੀ ਕਨਫਿਊਜ਼ਨ ਹੈਗੀ ਆ ਇਹਦੇ ਉੱਪਰ ਮੈਂ ਰੋਸ਼ਨੀ ਪਾਉਣ ਲਈ ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਸੰਦੀਪ ਸਿੰਘ ਜੀ, ਪਲੀਜ਼ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਜਾਣੂ ਕਰਵਾਓ ਜੀ। ਦੇਖੋ ਜੀ, ਇਹ ਮਸਲਾ ਉਸ ਦਿਨ ਤੋਂ ਸ਼ੁਰੂ ਹੋਇਆ ਆ ਜਿਸ ਦਿਨ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਨਾਨਕਸ਼ਾਹੀ ਦਾ ਵਿਵਾਦ ਸਾਹਮਣੇ ਆਇਆ ਆ। ਪਹਿਲਾਂ ਸ਼੍ਰੋਮਣੀ ਕਮੇਟੀ ਨੇ ਮੂਲ ਨਾਨਕਸ਼ਾਹੀ, ਜਿਹਨੂੰ ਅਸੀਂ ਮੂਲ ਨਾਨਕਸ਼ਾਹੀ ਕਹਿ ਦਿੰਦੇ ਹਾਂ, ਕਿ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀਗਾ। ਉਸ ਤੋਂ ਬਾਅਦ ਚੋਂ ਕੁਝ ਜਥੇਬੰਦੀਆਂ ਤੇ ਸੰਤ ਸਮਾਜ ਦੇ ਕੁਝ ਡੇਰਿਆਂ ਨੇ ਇਹਦਾ ਵਿਰੋਧ ਕੀਤਾ ਅਤੇ ਉਸ ਤੋਂ ਬਾਅਦ ਚੋਂ ਸ਼੍ਰੋਮਣੀ ਕਮੇਟੀ ਨੇ ਉਸ ਕੈਲੰਡਰ ਨੂੰ ਚੇਂਜ ਕਰਕੇ ਜਿਹੜਾ ਹੁਣ ਕੈਲੰਡਰ ਆ ਉਹ ਲਾਗੂ ਕਰ ਦਿੱਤਾ। ਇਸ ਦੇ ਵਿੱਚ ਹਰ ਗੁਰਪੁਰਬ ਵੀ ਆਲਮੋਸਟ ਜਿਹੜਾ ਆ ਉਹ ਦੁਨੀਆ ਭਰ 'ਚ 2-2 ਤਰੀਕਾਂ ਨੂੰ ਮਨਾਇਆ ਜਾ ਰਿਹਾ ਆ। ਮੈਂ ਸਮਝਦਾ ਹਾਂ ਕਿ ਇਹ ਜਿਹੜਾ ਮੁੱਦਾ ਆ ਇਸ ਨੂੰ ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਧਾਰਮਿਕ ਮਸਲਿਆਂ ਵਿੱਚ ਧਰਮ ਨਾਲ ਇਹਦਾ ਕੋਈ ਬਹੁਤ ਜ਼ਿਆਦਾ ਗੂੜਾ ਰਿਸ਼ਤਾ ਨਹੀਂ ਹੈਗਾ ਆ। ਇਹ ਸਾਡੀਆਂ ਸਿਰਫ ਸੈਲੀਬ੍ਰੇਸ਼ਨਸ ਦੇ ਉੱਤੇ ਜ਼ਰੂਰ ਨਿਰਭਰ ਕਰਦਾ ਆ। ਅਤੇ ਮੈਂ ਵੀ ਸਮਝਦਾ ਕਿ ਇਹਨਾਂ 2 ਕੈਲੰਡਰਸ ਦੇ ਰਾਹੀਂ ਇੱਕ ਵੱਡੀ ਕਨਫਿਊਜ਼ਨ ਖੜੀ ਕੀਤੀ ਜਾ ਰਹੀ ਹੈਗੀ ਹੈ ਕਮਿਊਨਿਟੀ ਦੇ ਵਿੱਚ। ਅਤੇ ਇਹ ਜਿਹੜਾ ਮਸਲਾ ਆ ਮੈਨੂੰ ਮਹਿਸੂਸ ਹੁੰਦਾ ਹੈ ਕਿ ਐਸਾ ਮਸਲਾ ਸੀ ਜਿਹਨੂੰ ਬਹੁਤ ਹੀ ਈਜ਼ੀਲੀ ਹੱਲ ਕੀਤਾ ਜਾ ਸਕਦਾ ਸੀ। ਇਹ ਸਿਰਫ ਇੱਕ ਅਗਰ ਸ਼੍ਰੋਮਣੀ ਕਮੇਟੀ ਦੀ ਡਿਕਟੇਟਰਸ਼ਿਪ ਪਾਲਿਸੀਜ਼ ਨਾ ਹੁੰਦੀਆਂ ਤੇ ਅੱਜ ਸ਼ਾਇਦ ਇਹ ਵਿਵਾਦ ਇੰਨਾ ਜ਼ਿਆਦਾ ਵੱਧਦਾ ਹੀ ਨਾ, ਅੱਜ ਸ਼ਾਇਦ ਇਹ ਵਿਵਾਦ ਹੀ ਨਾ ਬਣਦਾ। ਮੈਂ ਸਮਝਦਾ ਕਿ ਦੋਨੋਂ ਹੀ ਪਾਸੇ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਤਾਲਮੇਲ ਦੀ ਕਮੀ ਰਹੀ ਆ। ਉਹਨਾਂ ਵੱਲੋਂ ਭਾਵੇਂ ਇੱਕ ਦੀ ਗਲਤੀ ਆ ਭਾਵੇਂ ਦੂਜੇ ਦੀ ਗਲਤੀ ਆ, ਪਰ ਮੈਂ ਸਾਂਝੇ ਤੌਰ 'ਤੇ ਕਹੂੰਗਾ ਕਿ ਦੋਨਾਂ ਵਿੱਚੋਂ ਦੀ ਜਿਹੜੀਆਂ ਗਲਤੀਆਂ ਦੇ ਨਤੀਜੇ ਦੇ ਕਰਕੇ ਅੱਜ 2-2 ਤਰੀਕਾਂ ਦੇ ਉੱਤੇ ਗੁਰਪੁਰਬ ਅਤੇ ਪ੍ਰਕਾਸ਼ ਪੁਰਬ ਅਤੇ ਹੋਰ ਅਨੇਕਾਂ ਇਤਿਹਾਸਕ ਦਿਨਾਂ ਨੂੰ ਮਨਾਇਆ ਜਾ ਰਿਹਾ ਹੈ, ਜਿਹਦੇ ਕਰਕੇ ਸਭ ਤੋਂ ਜਿਹੜਾ ਭੈੜਾ ਅਸਰ ਆ ਉਹ ਯੂਥ 'ਤੇ ਪੈ ਰਿਹਾ ਆ। ਕਿਉਂਕਿ ਯੂਥ ਨੂੰ ਕਨਫਿਊਜ਼ ਕੀਤਾ ਜਾ ਰਿਹਾ। ਆਮ ਸੰਗਤ ਨੇ ਕਨਫਿਊਜ਼ ਹੋਣਾ, ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਬੰਦਾ ਨਵਾਂ ਸਿੱਖੀ ਵਾਲੇ ਪਾਸੇ ਚੱਲਦਾ ਆ ਉਹ ਜਦੋਂ ਇਹੋ ਜਿਹੀਆਂ ਕੰਟਰੋਵਰਸੀਜ਼ ਦੇਖਦਾ ਆ ਤੇ ਕਿਤੇ ਨਾ ਕਿਤੇ ਜ਼ਰੂਰ ਡੋਲਦਾ ਆ। ਇਹੀ ਕੁਝ ਸਵਾਲ ਮੇਰੇ ਮਨ 'ਚ ਵੀ ਹੈਗੇ ਆ। ਅਤੇ ਮੈਂ ਪ੍ਰਿਤਪਾਲ ਭਾਜੀ ਹੋਣੀ ਜੋ ਕਿ ਆਪਣੇ ਨਾਲ ਅੱਜ ਬੈਠੇ ਨੇ, ਕੱਲ੍ਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਵਿੱਚ ਵੀ 5 ਤਰੀਕ ਨੂੰ ਗੁਰਪੁਰਬ ਮਨਾਇਆ ਗਿਆ ਸੀਗਾ, ਦਾਸ ਵੀ ਸੁਸ਼ੋਭਿਤ ਹੋਇਆ ਸੀਗਾ। ਅਤੇ ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਪ੍ਰਿਤਪਾਲ ਭਾਜੀ ਇਹ ਚੱਕਰ ਕੀ ਹੈਗਾ ਇਹ? ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਨਵੀਂ ਪਹਿਲਾਂ ਹੀ ਸਾਡੀ ਕਮਿਊਨਿਟੀ ਦੇ ਵਿੱਚ ਕੰਟਰੋਵਰਸੀਜ਼ ਦੀ ਕੋਈ ਕਮੀ ਨਹੀਂ ਸੀਗੀ ਅਤੇ ਇੱਕ ਕੰਟਰੋਵਰਸੀ ਹੋਰ ਨਵੀਂ ਖੜੀ ਕਰਕੇ ਇੱਕ ਹੋਰ ਵਾਦ ਵਿਵਾਦ ਖੜਾ ਕਰਕੇ ਕਮਿਊਨਿਟੀ ਨੂੰ ਡਿਵਾਈਡ ਕਰਨ ਵਾਲਾ ਕੰਮ ਸ਼ੁਰੂ ਹੋ ਗਿਆ ਹੈ? ਠੀਕ ਹੈ ਜੀ, ਬੜੇ ਵਧੀਆ ਕੰਸਰਨ ਨੇ ਤੁਹਾਡੇ, ਪਰ ਮੈਂ ਤਾਂ ਇੱਕੋ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਕਿ ਆਪਾਂ ਇਹ ਮੰਨਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਇਹ ਕੋਈ ਕਿਸੇ ਧਰਮ ਦਾ ਪਾਰਟ ਨਹੀਂ ਹੈ, ਬਲਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਫੇਥ ਹੈ ਸਿੱਖੀਜ਼ਮ। ਮੈਂ ਇਸੇ ਤੇ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣਾ ਚਾਹ ਰਿਹਾ ਕਿ ਤੁਸੀਂ ਮੈਨੂੰ ਇਹ ਗੱਲ ਦੱਸੋ ਸੰਦੀਪ ਜੀ, ਮੈਨੂੰ ਲੱਗਦਾ ਆਪਾਂ ਥੋੜਾ ਜਿਹਾ ਪਹਿਲਾਂ ਨਾ ਪਿਛੋਕੜ ਬਾਰੇ ਜ਼ਰੂਰ ਆਪਾਂ ਦੇਖੀਏ ਕਿ
ਕਿ ਇਹ ਸ਼ੁਰੂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ, ਜਦੋਂ ਤੋਂ ਅਸੀਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾ ਰਹੇ ਹਾਂ, ਕਿ ਉਦੋਂ ਤੋਂ ਚੱਲਦਾ ਆ ਰਿਹਾ ਜਾਂ ਕਦੋਂ ਸ਼ੁਰੂ ਹੋਇਆ? ਔਰ ਇਹਦੇ ਪਿੱਛੇ ਜਦੋਂ ਇਹ ਨਾਨਕਸ਼ਾਹੀ ਕੈਲੰਡਰ ਦੀ ਗੱਲ ਚੱਲੀ ਆ ਜਾਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਚੱਲੀ ਆ, ਇਹਦੇ ਪਿੱਛੇ ਲੌਜਿਕ ਕੀ ਸੀ? ਇਹਦੇ ਪਿੱਛੇ ਉਹਨਾਂ ਦੇ ਵਿਚਾਰ ਕੀ ਸੀਗਾ ਕਿ ਇਹਨੂੰ ਕਿਉਂ ਲਾਗੂ ਹੋਣਾ ਚਾਹੀਦਾ? ਮੇਰਾ ਖਿਆਲ ਹੈ ਪ੍ਰਿਤਪਾਲ ਜੀ ਉਧਰ ਨੂੰ ਅਗਰ ਤੁਸੀਂ ਥੋੜਾ ਜਿਹਾ ਇਸ ਸੰਦਰਭ ਦੇ ਵਿੱਚ ਵੀ ਗੱਲ ਕਰੋ ਤਾਂ ਵਧੀਆ ਲੱਗੇਗਾ ਜੀ। ਹਾਂਜੀ, ਮੈਂ ਇਸੇ ਵੱਲ ਹੀ ਆ ਰਿਹਾ ਸੀ, ਪਰ ਸਾਰੀਆਂ ਗੱਲਾਂ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨਾਲੋਂ ਮੋਸਟ ਇੰਪੋਰਟੈਂਟ ਗੱਲ ਜਿਹੜੀ ਹੈ ਕਿ ਕੱਲ੍ਹ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਉਹਨਾਂ ਦਾ ਗੁਰਪੁਰਬ ਮਨਾਇਆ ਗਿਆ। ਇਹ ਗੁਰਪੁਰਬ ਪਿਛਲੇ 2003 ਤੋਂ ਲੈ ਕੇ 5 ਤਰੀਕ ਨੂੰ ਹੀ ਆਉਂਦਾ ਹੈ, ਜੋ ਆਪਾਂ ਜੂਲੀਅਨ ਕੈਲੰਡਰ ਦੇ ਨਾਲ ਜੇ ਆਪਾਂ ਚੱਲਦੇ ਹਾਂ, ਜੋ ਦੁਨੀਆ ਦੇ ਵਿੱਚ ਇਸ ਵੇਲੇ ਲਾਗੂ ਹੈ। ਇਹ ਜੋ ਆਪਣਾ ਨਾਨਕਸ਼ਾਹੀ ਕੈਲੰਡਰ ਹੈ, ਇਹਨੂੰ ਆਪਾਂ ਮੂਲ ਨਾਨਕਸ਼ਾਹੀ ਕੈਲੰਡਰ ਤਾਂ ਕਹਿੰਦੇ ਆ ਕਿ ਇਸ ਦੇ ਬਾਨੀ ਪਾਲ ਸਿੰਘ ਪੁਰੇਵਾਲ ਹੋਣਾ ਨੇ 1963 ਤੋਂ ਕੰਮ ਸ਼ੁਰੂ ਕੀਤਾ ਸੀ, ਤੇ ਮੇਰਾ ਨਹੀਂ ਖਿਆਲ, ਮੇਰੇ ਦੋਨੋਂ ਤੁਸੀਂ ਛੋਟੇ ਵੀਰ ਹੋ, ਕਿ 1963 ਦੇ ਵਿੱਚ ਤੁਹਾਡਾ ਜਨਮ ਵੀ ਹੋਇਆ ਹੋਣਾ, ਵੀ ਜਦੋਂ ਤੋਂ ਇਹ ਕੈਲੰਡਰ ਤੇ ਕੰਮ ਹੋ ਰਿਹਾ। ਸੋ ਪਹਿਲੀ ਗੱਲ ਤਾਂ ਇਹ ਹੈ ਵੀ 5 ਜਨਵਰੀ ਨੂੰ ਮਨਾਉਣ ਦਾ ਮਨੋਰਥ ਸਿਰਫ ਇੱਕ ਤੇ ਇੱਕ ਸੀ ਕਿ ਉਹ ਹਰੇਕ ਸਾਲ ਇਹ ਗੁਰਪੁਰਬ ਗੁਰੂ ਸਾਹਿਬ ਦਾ ਆਉਂਦਾ ਹੈ। ਜੇ ਆਪਾਂ ਬਿਕਰਮੀ ਕੈਲੰਡਰ ਤੇ ਜਾਈਏ, ਉਹਦੇ ਵਿੱਚ ਬਹੁਤ ਸਾਰੇ 100 ਸਾਲ ਦਾ ਕੈਲੰਡਰ, ਜੋ ਆਪਾਂ ਜੇ ਬਿਕਰਮੀ ਕੈਲੰਡਰ ਨੂੰ ਫੋਲੋ ਕਰਾਂਗੇ, ਆਉਣ ਵਾਲੇ 100 ਸਾਲ ਦੇ ਵਿੱਚ 27 ਸਾਲ ਇਹੋ ਜਿਹੇ ਆਉਣੇ ਕਿ ਗੁਰੂ ਸਾਹਿਬ ਦਾ ਉਸ ਵਿੱਚ ਗੁਰਪੁਰਬ ਹੀ ਹੈ ਨਹੀਂ। ਕਿ ਆਪਾਂ ਨੂੰ ਇਹ ਗੱਲ ਮਨਜ਼ੂਰ ਹੈ ਕਿ ਇੱਕ ਸਾਲ ਆਵੇ ਤੇ ਉੱਥੇ ਗੁਰਪੁਰਬ ਹੀ ਨਾ ਹੋਵੇ ਮਨਾਉਣ ਵਾਸਤੇ ਡੇਟ, ਕਿਸੇ ਸਾਲ ਦੇ ਵਿੱਚ ਬਦੀਆਂ ਸੁਦੀਆਂ ਦੇ ਚੱਕਰ 'ਚ 2 ਵਾਰੀ ਆ ਜਾਵੇ ਇੱਕੋ ਸਾਲ ਦੇ ਵਿੱਚ, ਇਹ ਲੌਜਿਕ ਕੋਈ ਸੈਂਸ ਬਣਦੀ ਹੈ? ਕਿਉਂਕਿ ਆਪਣਾ ਜੋ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਕੈਲੰਡਰ ਤਿਆਰ ਕੀਤਾ ਸੀ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਨੇ 2003 ਦੇ ਵਿੱਚ ਲਾਗੂ ਕੀਤਾ। ਇਹ ਬਹੁਤ ਵੱਡੀ ਬੈਠਕ ਹੋਈ ਸੀ ਬੁੱਧੀਜੀਵੀਆਂ ਦੇ ਵਿੱਚ, ਜਿਹਦੇ ਵਿੱਚ ਡੇਰਿਆਂ ਵਾਲੇ ਵੀ, ਸੰਤ ਸਮਾਜ ਵਾਲੇ ਵੀ, ਜਿਨ੍ਹਾਂ ਨੇ ਬਾਅਦ 'ਚ ਆਬਜੈਕਸ਼ਨ ਲਾਇਆ, ਉਹ ਵੀ ਬੈਠੇ ਸਨ। ਕਿਉਂਕਿ ਇਹਦਾ ਜੋ ਕਨਸੈਪਟ ਹੈ, ਉੱਥੇ ਪਾਲ ਸਿੰਘ ਪੁਰੇਵਾਲ ਹੋਣੀ ਬੜੀ ਵੱਡੀ ਥਈ ਕਿਤਾਬਾਂ ਦੀ ਲੈ ਕੇ ਗਏ ਸੀ, ਹਿਸਟਰੀ ਦੇ ਨਾਲ, ਗੁਰਬਾਣੀ ਦੇ ਨਾਲ ਵੀ, ਕਿਵੇਂ ਆਪਣਾ ਜੋ ਸੋਲਰ ਕੈਲੰਡਰ ਹੈ ਸਿੱਖਾਂ ਦਾ, ਉਹ ਬਾਣੀ ਦੇ ਅਨੁਕੂਲ ਹੈ। ਆਪਾਂ ਕਿਉਂਕਿ ਜਿਹੜਾ ਬਿਕਰਮੀ ਕੈਲੰਡਰ ਹੈ, ਉਹ ਤਕਰੀਬਨ ਸਾਲ ਦੇ ਵਿੱਚ ਕਾਫੀ ਘੰਟਿਆਂ ਦਾ ਫਰਕ ਪੈ ਜਾਂਦਾ ਹੈ, ਕਿ ਕਈ ਵਾਰੀ 1-2 ਦਿਨਾਂ ਦਾ ਫਰਕ ਪੈ ਜਾਂਦਾ ਹੈ, ਤੇ ਕਰਦੇ ਕਰਾਉਂਦੇ 10 ਸਾਲਾਂ ਦੇ ਵਿੱਚ ਉਹ ਘੱਟੋ ਘੱਟ ਇਹ ਰੂਪ ਧਾਰ ਜਾਂਦਾ ਕਿ 2-3 ਦਿਨ ਦਾ ਫਰਕ ਪੈ ਜਾਂਦਾ ਹੈ। ਆਪਾਂ ਜੇ ਗੁਰਬਾਣੀ ਦੇ ਅਨੁਕੂਲ ਇੱਕ ਕੈਲੰਡਰ, ਜੇ ਆਪਾਂ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਹੀ ਮਾਨਤਾ ਦਿੱਤੀ ਸੀ, ਉਹ ਗੁਰਬਾਣੀ ਦੇ ਅਨੁਕੂਲ ਸੀ। ਆਪਾਂ ਨਹੀਂ ਚਾਹੁੰਦੇ ਕਿ ਪੋਹ ਦਾ ਮਹੀਨਾ ਹੋਵੇ ਤੇ ਉੱਥੇ ਪੜ੍ਹਿਆ ਜਾਵੇ ਅਸਾੜ ਤਪੰਦਾ ਤਿਸ ਲਗੇ ਤੇ ਉੱਥੇ ਠੰਡ ਪੈ ਰਹੀ ਹੋਵੇ। ਆਉਣ ਵਾਲੇ 500 ਸਾਲ ਦੇ ਵਿੱਚ ਇਹ ਜੇ ਆਪਾਂ ਲੂਨਰ ਕੈਲੰਡਰ ਨੂੰ, ਚੰਦ ਵਾਲੇ ਕੈਲੰਡਰ ਨੂੰ ਫੋਲੋ ਕਰਾਂਗੇ ਤੇ ਇਹ ਰੁੱਤਾਂ ਦੇ ਹਿਸਾਬ ਨਾਲ ਆਪਣੀ ਬਾਣੀ ਦੇ ਅਨੁਕੂਲ ਨਹੀਂ ਚੱਲਣਾ। ਇਹ ਕੈਲੰਡਰ ਜਿਹੜਾ ਸੋਲਰ ਕੈਲੰਡਰ ਹੈ, ਸੂਰਜ ਹਮੇਸ਼ਾ ਇੱਕ ਥਾਂ ਖੜਾ ਹੈ, ਧਰਤੀ, ਚੰਦ, ਸਾਰਾ ਕੁਝ ਉਹਦੇ ਦੁਆਲੇ ਘੁੰਮਦਾ ਹੈ। ਜਿਹੜਾ ਸੋਲਰ ਕੈਲੰਡਰ ਇੱਕ ਨਾ ਚੇਂਜ ਹੋਣ ਵਾਲੀਆਂ ਡੇਟਾਂ ਹਨ, ਉਹ ਹਰੇਕ ਸਾਲ ਉਸੇ ਤਰੀਕ ਤੇ ਹੀ ਉਹ ਆਏਗੀ ਵੀ ਜਿਹੜੀ ਤਰੀਕ ਤੇ ਪਿਛਲੇ ਸਾਲ ਸੀ। ਇਹ ਨਹੀਂ ਕਿ ਆਪਾਂ ਨੂੰ ਕਿਸੇ ਪੰਡਤ ਨੂੰ, ਕਿਸੇ ਬਾਹਮਣ ਨੂੰ ਜਾ ਕੇ ਪੁੱਛਣ ਦੀ ਲੋੜ ਨਹੀਂ ਕਿ ਹੋਲਾ ਮਹੱਲਾ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਕਦੋਂ ਆਉਣਾ। ਇਹ ਮੈਂ ਡਿਟੇਲ 'ਚ ਅੱਗੇ ਜਾ ਕੇ ਗੱਲ ਕਰਾਂਗਾ ਕਿ ਇਹ ਗੁਰਪੁਰਬ ਜੋ ਗੁਰੂ ਨਾਨਕ ਪਾਤਸ਼ਾਹ ਦਾ ਜਾਂ ਬਾਕੀ 3 ਡੇਟਾਂ ਸਨ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਤੇ ਦੇ ਗੁਰਪੁਰਬ ਦਾ, ਹੋਲਾ ਮਹੱਲਾ ਤੇ ਬੰਦੀ ਛੋੜ ਦਿਵਸ, ਇਹਨਾਂ ਤੇ ਸੈਟਲਮੈਂਟ ਹੋਈ ਸੀ ਕਿਉਂਕਿ 95% ਕੈਲੰਡਰ ਲਾਗੂ ਹੋ ਰਿਹਾ ਸੀ। ਚੇਂਜ ਇਜ਼ ਅ ਮਸਟ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੌਮ ਤਰੱਕੀ ਕਰੇ, ਸਿੱਖ ਇੱਕ ਵੱਖਰੀ ਕੌਮ ਹੈ, ਸਿੱਖਾਂ ਦਾ ਇੱਕ ਵੱਖਰਾ ਕੈਲੰਡਰ ਹੈ। ਕਿਉਂਕਿ ਤੁਸੀਂ ਦੇਖੋ, ਜੇ ਬਿਕਰਮੀ ਕੈਲੰਡਰ ਹੋ ਸਕਦਾ ਹੈ ਹਿੰਦੂਇਜ਼ਮ ਵਾਸਤੇ, ਕ੍ਰਿਸਚਨ ਕੈਲੰਡਰ ਹੋ ਸਕਦਾ ਹੈ ਕ੍ਰਿਸਚਨਸ ਵਾਸਤੇ, ਜੂਇਸ਼ ਕੈਲੰਡਰ ਹੈ ਜੂਜ਼ ਵਾਸਤੇ, ਸਿੱਖ ਇੱਕ ਵੱਖਰੀ ਕੌਮ ਹੈ, ਸਿੱਖਾਂ ਦਾ ਇੱਕ ਵੱਖਰਾ ਕੈਲੰਡਰ ਕਿਉਂ ਨਹੀਂ ਹੋ ਸਕਦਾ? ਇਹ ਜ਼ਿਆਦਾਤਰ ਜੋ RSS ਜਾਂ ਸਿੱਖਾਂ ਦੇ ਵਿੱਚ ਜੋ ਬਾਹਮਣਵਾਦ ਫੈਲ ਰਿਹਾ ਹੈ, ਜੋ ਡੇਰੇਦਾਰ ਹਨ, ਜਿਨ੍ਹਾਂ ਦੀ ਰੋਜ਼ੀ ਰੋਟੀ ਇਹਨਾਂ ਬਦੀਆਂ ਸੁਦੀਆਂ ਤੇ ਚੱਲਦੀ ਹੈ, ਉਹਨਾਂ ਨੂੰ ਸਾਰਿਆਂ ਨਾਲੋਂ ਵੱਡਾ ਆਬਜੈਕਸ਼ਨ ਇਹ ਸੀ ਕਿਉਂਕਿ
ਇਹ ਇੱਕ ਵੱਖਰੇ ਪਾਸੇ ਸਿੱਖ ਇੱਕ ਵੱਖਰੀ ਕੌਮ ਨੂੰ ਦੇ ਸੰਕਲਪ ਨੂੰ ਦੁਹਰਾਉਂਦਾ ਹੈ। ਸੋ ਇਸ ਵਜ੍ਹਾ ਕਰਕੇ ਇਸ ਉੱਤੇ ਆਬਜੈਕਸ਼ਨਸ ਲੱਗਣੀਆਂ ਸ਼ੁਰੂ ਹੋਈਆਂ ਨੇ। ਮੈਂ ਸੰਦੀਪ ਜੀ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੁਐਸਚਨ ਇੱਥੇ ਪ੍ਰਿਤਪਾਲ ਜੀ ਨੂੰ ਪੁੱਛਾਂਗਾ। ਜਿਹੜਾ ਅਸੀਂ ਸਾਡਾ ਅੱਜ ਦੀ ਡੇਟ ਦੇ ਵਿੱਚ ਕੈਲੰਡਰ ਚੱਲਦਾ, ਜਿਹੜਾ ਜਨਰਲ ਸਾਰੇ ਵਰਲਡ ਦੇ ਵਿੱਚ ਇੱਕ ਆਪਾਂ ਇੰਗਲਿਸ਼ ਕੈਲੰਡਰ ਕਹਿੰਦੇ ਨੇ, ਲੂਨਰ ਕੈਲੰਡਰ ਕਹਿੰਦੇ ਨੇ, ਉਹਦੇ ਵਿੱਚ ਤਾਂ ਜਿਹੜਾ ਤੁਸੀਂ ਕਹਿੰਦੇ ਸਿੱਖ ਕੈਲੰਡਰ ਹੈਗਾ, ਇਹਦੇ 'ਚ ਤੁਸੀਂ ਕਿੱਦਾਂ ਫਰਕ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀ, ਚੇਂਜ ਇਜ਼ ਅ ਮਸਟ। ਜੇ ਪਹਿਲਾਂ ਮਣਾਂ ਦੇ ਵਿੱਚ ਸੇਰਾਂ ਦੇ ਵਿੱਚ ਹੁੰਦੀ ਸੀ, ਭਾਰ ਜੋਖਿਆ ਜਾਂਦਾ ਸੀ, ਫਿਰ ਉਹ ਕਿਲੋਆਂ 'ਚ ਆ ਗਿਆ, ਅੱਜ ਆਪਾਂ ਪੌਂਡਾਂ 'ਚ ਜੋਖਦੇ ਹਾਂ। ਪਹਿਲਾਂ ਉਹ ਵਾਟ ਹੁੰਦੀ ਸੀ, ਫਿਰ ਮੀਲਾਂ ਦੇ ਵਿੱਚ ਤਬਦੀਲ ਹੋਈ, ਅੱਜ ਆਪਾਂ ਕਿਲੋਮੀਟਰਾਂ 'ਚ ਉਸ ਨੂੰ ਦੇਖ ਰਹੇ ਹਾਂ। ਸੋ ਚੇਂਜ ਜਿਹੜਾ ਆਪਣਾ ਜੂਲੀਅਨ ਕੈਲੰਡਰ ਚੱਲ ਰਿਹਾ ਇਸ ਵੇਲੇ ਦੁਨੀਆ ਦੇ ਵਿੱਚ, ਜਿਹਦੇ 'ਚ ਕ੍ਰਿਸਮਸ ਵਗੈਰਾ ਸਾਰਾ ਕੁਝ ਮਨਾਇਆ ਜਾਂਦਾ ਹੈ, ਉਹ ਅਨਚੇਂਜਿੰਗ ਕੈਲੰਡਰ ਹੈ। ਤੇ ਪਾਲ ਸਿੰਘ ਪਰਿਵਾਰ ਉਹਨਾਂ ਨੇ ਕਾਫੀ ਮਿਹਨਤ ਕਰਕੇ, ਜਿੱਦਾਂ ਮੈਂ ਕਹਿ ਰਿਹਾ ਵੀ 1963 ਤੋਂ ਇਸ ਦੇ ਉੱਤੇ ਲੱਗੇ ਹੋਏ ਸਨ, ਤੇ ਉਹਨਾਂ ਨੂੰ ਬਿਲਕੁਲ ਇਸ ਦੇ ਨਾਲ ਮੈਚ ਕਰਦਾ ਹੋਇਆ ਗੁਰਬਾਣੀ ਦੇ ਆਧਾਰ ਦੇ ਉੱਤੇ ਕੈਲੰਡਰ ਤਿਆਰ ਕੀਤਾ ਗਿਆ ਹੈ। ਸੋ ਜਿਹਦੇ ਵਿੱਚ ਚੇਂਜ ਨਹੀਂ ਆਉਂਦੀ। ਇਹ ਨਹੀਂ ਆਪਾਂ ਨੂੰ ਵੀ ਅਗਲੇ ਸਾਲ ਫਲਾਨਾ ਪੁਰਬ ਕਦੋਂ ਆਉਣਾ ਜਾਂ ਪਿਛਲੇ ਸਾਲ ਕਦੋਂ ਸੀ, ਉਹ ਇਹ ਕਨਫਿਊਜ਼ਨ ਦੂਰ ਕਰਦਾ ਹੈ ਜਿਹੜਾ ਆਪਣਾ ਸਿੱਖਾਂ ਦਾ ਆਪਣਾ ਕੈਲੰਡਰ ਹੈ। ਅੱਜ ਮੈਂ ਇਹ ਨਾਲ ਐਡ ਕਰ ਦਿਆਂ ਕਿ ਜੇ ਅੱਜ ਆਪਾਂ ਪੀਲ ਰੀਜਨ ਦੇ ਵਿੱਚ, ਬਰੈਂਪਟਨ ਦੇ ਵਿੱਚ ਅੱਜ ਕਿਸੇ ਸਿੱਖ ਬੱਚੇ ਨੇ ਛੁੱਟੀ ਲੈਣੀ, ਉਹ ਵੀ ਸਾਡਾ ਜੀ ਅੱਜ ਗੁਰਪੁਰਬ ਹੈ, ਜਾਂ ਕਹਿ ਲਓ ਸਾਡਾ ਅੱਜ ਰਿਲੀਜੀਅਸ ਹੌਲੀਡੇ ਹੈ, ਜਾਂ ਕੋਈ ਵੀ ਸਾਡਾ ਫੰਕਸ਼ਨ ਹੈ, ਤਾਂ ਉਸ ਦੇ ਆਧਾਰ ਤੇ ਅੱਜ ਛੁੱਟੀ ਮਿਲਦੀ ਹੈ ਸਾਨੂੰ ਪੀਲ ਰੀਜਨ ਦੇ ਵਿੱਚ। ਕੀ ਅਸੀਂ ਉਹਨਾਂ ਨੂੰ ਜਾ ਕੇ ਅੱਜ ਕਹੀਏ ਕਿ ਜੀ ਸਾਡੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜੀ ਸਾਡੇ ਫੇਰ ਕੈਲੰਡਰ ਬਦਲਤਾ? ਇਹ ਇੱਕ ਸਿੱਖ ਕੌਮ ਦਾ ਜਲੂਸ ਕੱਢਣ ਵਾਲੀ ਗੱਲ ਹੈ। ਸਾਡੇ ਤੇ ਹੱਸਣਗੇ ਲੋਕ ਕਿ ਇਹ ਦੂਏ ਦਿਨ ਕੈਲੰਡਰ ਕਿਵੇਂ ਬਦਲ ਜਾਂਦਾ ਇਹਨਾਂ ਦਾ। ਸੋ ਜਿਹੜਾ ਆਪਣਾ ਇੱਕ ਕੈਲੰਡਰ ਲਾਗੂ ਹੋ ਚੁੱਕਿਆ ਹੈ, ਸਾਰੀ ਕੌਮ ਨੂੰ ਪ੍ਰਵਾਨ ਹੋ ਚੁੱਕਿਆ ਹੈ, ਉਸ ਦੇ ਉੱਤੇ ਬੈਕ ਸਟੈਪ ਕਰਨਾ ਇਹ ਕੌਮ ਦੀ ਹੀ ਬੈਕ ਸਟੈਪ, ਆਪਣੀ ਬੈਕਵਰਡ ਹੀ ਆਪਾਂ ਜਾਵਾਂਗੇ, ਅਗਾਂਹ ਵਧੂ ਕਦਮ ਨਹੀਂ ਹੈ ਜੀ। ਸੰਦੀਪ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਹਾਂਜੀ, ਮੇਰੇ ਕਈ ਸਵਾਲ ਨੇ ਪ੍ਰਿਤਪਾਲ ਭਾਜੀ ਉਹਨਾਂ ਨੂੰ। ਆਲਦੋ ਕਿ ਜਿਵੇਂ ਕਿ ਮੈਂ ਗੱਲ ਇਸ 'ਚ ਪਹਿਲਾਂ ਹੀ ਸਪਸ਼ਟ ਕਰ ਦਵਾਂ ਕਿ ਮੈਂ ਪਰਸਨਲੀ ਦੋਨਾਂ ਕੈਲੰਡਰਸ ਦਾ ਹੀ ਨਾ ਵਿਰੋਧੀ ਹਾਂ ਤੇ ਨਾ ਉਹਦੇ ਹੱਕ ਦੇ ਵਿੱਚ। ਹਰ ਜੋ ਫੈਸਲਾ ਕੌਮੀ ਆ ਉਹ ਸਿਰ ਮੱਥੇ ਪ੍ਰਵਾਨ ਹੋਣਾ ਚਾਹੀਦਾ ਔਰ ਹਰ ਸਿੱਖ ਨੂੰ ਹੋਣਾ ਚਾਹੀਦਾ ਹੈ। ਜਿਹੜੇ ਮੇਰੇ ਕੋਲ ਸਵਾਲ ਨੇ ਹੋਏ ਨੇ ਕਿ ਪ੍ਰਿਤਪਾਲ ਭਾਜੀ ਉਹਨਾਂ ਨੇ ਪਹਿਲੀ ਗੱਲ ਇਹ ਗੱਲ ਕੀਤੀ ਕਿ ਇਹਨੂੰ ਆਇਡੈਂਟੀਟੀ ਦੇ ਨਾਲ ਜੋੜਿਆ ਇਸ ਕੈਲੰਡਰ ਨੂੰ। ਮੈਨੂੰ ਇਹ ਨਹੀਂ ਸਮਝ ਆਇਆ ਕਿ ਤੁਸੀਂ ਇੱਕ ਕੈਲੰਡਰ ਨੂੰ ਆਇਡੈਂਟੀਟੀ ਦੇ ਨਾਲ ਕਿਵੇਂ ਜੋੜ ਸਕਦੇ ਹੋ। ਇੱਕ ਸਾਡੀ ਹੋਂਦ ਦੀ ਗੱਲ, ਸਾਡੀ ਇੱਕ ਡਿਫਰੈਂਟ ਆਇਡੈਂਟੀਟੀ ਦੀ ਗੱਲ ਨੂੰ ਇਸ ਕੈਲੰਡਰ ਦੇ ਨਾਲ ਜੋੜਨਾ ਕਿਸ ਤਰੀਕੇ ਦੇ ਨਾਲ ਸਹੀ ਆ। ਦੂਸਰਾ ਇਹਦੇ ਨਾਲ ਹੀ ਮਿਲਦਾ ਸਵਾਲ ਮੇਰਾ ਕਿ ਤੁਸੀਂ ਕਿਹਾ ਕਿ ਇਹ ਧਰਮ ਅਨੁਕੂਲ ਕੈਲੰਡਰ ਆ, ਧਰਮ ਸਪਿਰਚੁਅਲਿਟੀ ਦਾ ਰਸਤਾ ਆ। ਸੋ ਸਪਿਰਚੁਅਲਿਟੀ ਨੂੰ ਤੁਸੀਂ ਤਰੀਕਾਂ ਦੇ ਨਾਲ ਕਿਵੇਂ ਬੰਨ੍ਹ ਰਹੇ ਹੋ? ਕੈਲੰਡਰ ਸਾਡੇ ਇਤਿਹਾਸਕ ਦਿਨਾਂ ਨੂੰ ਮਨਾਉਣ ਲਈ ਤਾਂ ਕੰਮ ਆ ਸਕਦਾ ਆ, ਪਰ ਉਹਨੂੰ ਧਰਮ ਦੇ ਨਾਲ ਜੋੜਨਾ ਕਿੱਥੇ ਤੱਕ ਸਹੀ ਰਹੇਗਾ? ਗੁੱਡ ਕੁਐਸਚਨ ਜੀ। ਇਹ ਇੱਦਾਂ ਹੈ ਕਿ ਆਪਾਂ 12ਵਾਂ ਪੜ੍ਹਦੇ ਹਾਂ, ਉਹ ਗੁਰਬਾਣੀ ਹੈ, ਉਹ 12 ਮਹੀਨਿਆਂ ਦੀ ਹੀ ਗੱਲ ਕਰਦੇ ਹੈ। ਤੇ ਜੇ ਆਪਾਂ ਜਿਵੇਂ ਮੈਂ ਅੱਗੇ ਕਿਹਾ ਸੀ, ਜੇ ਪੋਹ ਦੇ ਮਹੀਨੇ ਆਪਾਂ ਪੋਹ ਦਾ ਹੁਕਮਨਾਮਾ ਲਵਾਂਗੇ, ਪੋਹ ਮਹੀਨੇ ਦਾ ਆਪਾਂ ਵਾਕ ਲੈਂਦੇ ਹਾਂ, ਤੇ ਉਹ ਉਧਰੋਂ ਗਰਮੀ ਹੋਵੇ, ਉਹ ਕੈਲੰਡਰ ਅਨੁਕੂਲ ਨਹੀਂ ਹੋਊਗਾ ਗੁਰਬਾਣੀ ਦੇ। ਗੁਰਬਾਣੀ ਦੇ ਆਧਾਰ ਤੇ ਵੀ ਜੇ ਇਸ ਰੁੱਤ ਦੇ ਵਿੱਚ ਜੇ ਕੋਈ ਬਸੰਤ ਰਾਗ ਪੜ੍ਹਿਆ ਜਾਂਦਾ ਤਾਂ ਉਹ ਬਸੰਤ 'ਚ ਹੀ ਸ਼ੋਭਦਾ ਹੈ, ਨਾ ਕਿ ਹਾੜ ਦੇ ਮਹੀਨੇ 'ਚ ਕਿਤੇ ਗਰਮੀ ਦੇ ਵਿੱਚ ਹੋਵੇ ਜਾਂ। ਸੋ ਇਹ ਉਸ ਪੱਖੋਂ ਬਹੁਤ ਜ਼ਿਆਦਾ ਰਿਸਰਚ ਕਰਕੇ ਇਹ ਕੈਲੰਡਰ ਤਿਆਰ ਕੀਤਾ ਗਿਆ ਹੈ। ਇਸੇ ਕਰਕੇ ਉਹ ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਪਾਸ ਕੀਤਾ ਸੀ ਬੁੱਧੀਜੀਵੀਆਂ ਦੇ ਇਕੱਠ ਦੇ ਵਿੱਚ, ਉਹ ਉਦੋਂ ਪਾਸ ਇਸੇ ਕਰਕੇ ਕੀਤਾ ਗਿਆ ਸੀ, ਬਹੁਤ ਸੋਚ ਵਿਚਾਰ ਕਰਕੇ। ਇਹਦੇ ਤੇ ਜਦੋਂ ਬੈਕ ਟਰੈਕ ਕਿਹੜੀਆਂ ਵਜ੍ਹਾ ਕਰਕੇ ਹੋਇਆ, ਕਿਹੜੀ ਪੋਲੀਟਿਕਸ ਵਿੱਚ ਪਲੇ ਹੋ ਰਹੀ ਹੈ, ਉਹ ਤਾਂ ਅੱਜ ਆਪਾਂ ਦੇਖਦੇ ਹੀ ਹਾਂ ਕਿ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਆਪਾਂ ਇਹ ਸਮਝਦੇ ਹਾਂ ਕਿ SGPC ਦੇ ਵਿੱਚ ਜੋ ਕੁਝ ਹੋ ਰਿਹਾ ਇਸ ਵੇਲੇ ਸਿੱਖਾਂ ਦੇ ਨਾਲ, ਜਾਂ ਜਿਵੇਂ ਸਾਡੇ ਜਥੇਦਾਰਾਂ ਦੇ ਨੂੰ ਮੈਨੀਪੂਲੇਟ ਕਰਕੇ ਕੌਮ ਵਿਰੋਧੀ ਫੈਸਲੇ ਦਿੱਤੇ ਜਾ ਰਹੇ ਹਨ, ਜਾਂ ਤਾਂ ਆਪਾਂ ਉਹਨਾਂ ਨਾਲ ਖੜੇ ਹਾਂ ਤੇ ਜਾਂ ਆਪਾਂ ਖੜਦੇ ਹਾਂ ਜੋ ਸਿੱਖ ਪ੍ਰਚਾਰਕ ਅੱਜ ਦੇ ਅਗਾਂਹ ਵਧੂ ਭਾਈ ਪੰਥਪ੍ਰੀਤ ਸਿੰਘ ਵਰਗੇ,
ਭਾਈ ਹਰਜਿੰਦਰ ਸਿੰਘ ਮਾਝੀ ਵਰਗੇ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਸੀ, ਜਿਨ੍ਹਾਂ ਨੇ ਆ ਸਾਰਾ ਬਰਗਾੜੀ ਕਾਂਡ ਤੋਂ ਬਾਅਦ ਸਾਰੀ ਮੂਵਮੈਂਟ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗੁਰਬਾਣੀ ਦੇ ਆਧਾਰ ਦੇ ਉੱਤੇ। ਜੇ ਆਪਾਂ ਉਹਨਾਂ ਦੇ ਖੜੇ, ਅੱਜ ਉਹ ਪ੍ਰਚਾਰਕ ਸਾਰੇ ਪੰਜਾਬ ਦੇ ਵਿੱਚ ਜੋ ਮੂਵਮੈਂਟ ਚਲਾ ਰਹੇ ਸਨ, ਉਹ ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਵਾਲਾ ਜੋ ਲਾਗੂ ਹੋਇਆ ਸੀ ਉਹਦੇ ਨਾਲ ਖੜੇ ਹਨ, ਨਾ ਕਿ ਕਿਸੇ ਬ੍ਰਾਹਮਣਿਕਲ ਕੈਲੰਡਰ ਦੇ ਨਾਲ। ਮੈਂ ਇੱਕ ਮਿੰਟ ਸੰਦੀਪ ਜੀ, ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ। ਇੱਕ ਕੈਲੰਡਰ ਦੀ ਜ਼ਰੂਰਤ, ਮੈਂ ਪਹਿਲਾਂ ਗੱਲ ਕਹੀ ਸੀ ਵੀ ਇਹਦੀ ਜ਼ਰੂਰਤ ਸਾਨੂੰ ਕਿਉਂ ਪਈ। ਤੁਸੀਂ ਗੱਲ ਦੱਸਿਆ ਕਿ ਅਸੀਂ ਵਿਕਰਮੀ ਦੇ ਹਿਸਾਬ ਨਾਲ ਚੱਲਦਾ ਸੀ, ਕਿਉਂਕਿ ਜੇ ਅਸੀਂ ਉਸੇ ਵੇਲੇ ਫੋਲੋ ਕਰਨ ਲੱਗ ਪੈਂਦੇ, ਕਿਉਂ ਨਹੀਂ ਅਸੀਂ ਉਹ ਕੈਲੰਡਰ ਫੋਲੋ ਕੀਤਾ ਜਿਹਨੂੰ ਪੂਰਾ ਵਰਲਡ ਫੋਲੋ ਕਰਦਾ ਸੀਗਾ, ਉਹਦੇ ਤੇ ਉਹਨੂੰ ਕਿਉਂ ਨਹੀਂ ਫੋਲੋ ਕੀਤਾ ਅਸੀਂ? ਕਿਉਂ ਉਹਦੇ ਵਿੱਚ ਅਸੀਂ ਕਿਉਂ ਚਾਹਿਆ ਕਿ ਸਾਨੂੰ ਸਿੱਖਾਂ ਦਾ ਇੱਕ ਵੱਖਰਾ ਕੈਲੰਡਰ ਚਾਹੀਦਾ? ਥੋੜਾ ਜਿਹਾ ਰਿਪੀਟ ਕਰੋਗੇ ਵੀ ਆਪਾਂ? ਮੈਂ ਥੋੜਾ ਜਿਹਾ ਮੈਨੂੰ ਸਪਸ਼ਟ ਕਰਿਆ, ਬਿਕਾਜ਼ ਕੀ ਆਪਾਂ ਦੁਨੀਆ ਦੇ ਕੈਲੰਡਰ ਚੱਲ ਰਿਹਾ ਕਿ ਮੈਂ ਉਹੀ ਕਹਿ ਰਿਹਾ ਨਾ ਜੀ ਕਿ ਜੇ ਆਪਾਂ ਜਿਹੜਾ ਜਿਸ ਕੈਲੰਡਰ ਦੇ ਨਾਲ ਸਾਨੂੰ ਦਿਨਾਂ ਦੇ ਵਿੱਚ ਫਰਕ ਪੈ ਰਿਹਾ ਸੀ, ਵਿਕਰਮੀ ਕੈਲੰਡਰ ਜਿਹਨੂੰ ਅਸੀਂ ਕਹਿੰਦੇ ਆ, ਵੀ ਕਹਿੰਦੇ ਵੀ ਉਹਦੇ ਵਿੱਚ ਦਿਨ ਵੱਧ ਜਾਂਦੇ ਆ, ਘਟ ਜਾਂਦੇ ਆ, ਉਹ ਜਿਹੜਾ ਤੁਸੀਂ ਕਹਿੰਦੇ ਗੁਰਬਾਣੀ ਦੇ ਅਨੁਕੂਲ ਜਿਹੜਾ ਹੈਗਾ ਉਹ ਦਿਨ ਨਹੀਂ ਆ ਰਹੇ ਸੀਗੇ, ਇਸ ਕਰਕੇ ਕੈਲੰਡਰ ਦੀ ਚੇਂਜ ਕਰਨ ਦੀ ਲੋੜ ਸੀ। ਇੱਕ ਸਾਨੂੰ ਕੈਲੰਡਰ ਉਹ ਚਾਹੀਦਾ ਸੀ ਜਿਹਦੇ ਵਿੱਚ ਸਥਾਈ ਡੇਟਾ ਹੋਣ, ਸਾਡੀਆਂ ਜਿਹੜੇ ਪੁਰਬ ਹੋਣ ਉਹ ਸਥਾਈ ਡੇਟਾਂ ਦੇ ਉੱਪਰ ਹੋਣ, ਉਹ ਡੇਟ ਕਦੀ 10 ਦਿਨ ਉੱਪਰ 10 ਦਿਨ ਥੱਲੇ ਨਾ ਹੋਵੇ। ਮੈਂ ਇਹ ਗੱਲ ਨੂੰ ਸਮਝ ਸਕਦਾ, ਪਰ ਜਿਹੜਾ ਕੈਲੰਡਰ ਪੂਰਾ ਵਰਲਡ ਇਸ ਵੇਲੇ ਫੋਲੋ ਕਰ ਰਿਹਾ ਸੀਗਾ, ਕੀ ਆਪਾਂ ਉਸ ਕੈਲੰਡਰ ਦੇ ਤੋਂ ਵੱਖਰਾ ਕੈਲੰਡਰ ਬਣਾ ਕੇ ਕੀ ਕਰਨਾ ਚਾਹੁੰਦੇ? ਜਿੱਦਾਂ ਤੁਸੀਂ ਕਿਹਾ ਵੀ ਇਹ ਸਿੱਖਾਂ ਦਾ ਇੱਕ ਕੈਲੰਡਰ ਜਿਹੜਾ ਹੋਣਾ ਚਾਹੀਦਾ, ਸਿੱਖ ਇੱਕ ਵੱਖਰੀ ਕੌਮ ਹੈਗੀ ਆ, ਉਹਨਾਂ ਦਾ ਕੈਲੰਡਰ ਇੱਕ ਹੋਣਾ ਚਾਹੀਦਾ। ਅਸੀਂ ਹਰ ਗੱਲ ਵਾਸਤੇ ਤਾਂ ਵਰਲਡ ਦਾ ਇੰਟਰਨੈਸ਼ਨਲ ਕੈਲੰਡਰ ਫੋਲੋ ਕਰਦੇ ਆ, ਫਿਰ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜੇ ਹੈਗੇ ਆ ਡੇਟਾ ਉਹਨਾਂ ਦੇ ਗੁਰਪੁਰਬ ਮਨਾਉਣ ਵਾਸਤੇ ਸਾਨੂੰ ਆਪਣਾ ਕੈਲੰਡਰ ਕਿਉਂ ਚਾਹੀਦਾ ਸੀਗਾ? ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕੈਲੰਡਰ ਵਰਤਿਆ ਜਾ ਰਿਹਾ ਦੁਨੀਆ ਦੇ ਵਿੱਚ, ਜੋ ਫਸਟ ਨੇਸ਼ਨਸ, ਜਿਵੇਂ ਆਪਾਂ ਕਹਿ ਲਓ ਵੀ ਕੋਈ ਨਾਟ ਦ ਬੈਕਵਰਡ ਕੰਟਰੀਜ਼, ਥਰਡ ਵਰਲਡ ਕੰਟਰੀਜ਼ ਨਹੀਂ, ਜਿਹੜੀਆਂ ਇਸ ਵੇਲੇ ਦੁਨੀਆ ਦੇ ਉੱਤੇ ਕੈਲੰਡਰ ਚੱਲ ਰਿਹਾ ਜਿਸ ਨੂੰ ਸਾਰੀ ਦੁਨੀਆ ਮੰਨਦੀ ਹੈ, ਜਿਹੜਾ ਸਿੱਖ ਕੈਲੰਡਰ ਆ ਉਹਦੇ ਨਾਲ ਬਿਲਕੁਲ ਮੇਲ ਖਾਂਦਾ, ਉਹਦੇ ਨਾਲ ਉਸ ਜਿਹੜਾ ਜੂਲੀਅਨ ਕੈਲੰਡਰ ਹੈਗਾ ਉਹਦੇ ਨਾਲ ਇਹ ਚੱਲ ਰਿਹਾ ਸਿੱਖ ਕੈਲੰਡਰ, ਨਾ ਕਿ ਕਿਉਂਕਿ ਜਿਹੜੀਆਂ ਇਹ ਬਿਕਰਮੀ ਕੈਲੰਡਰ ਦੀਆਂ ਖਾਮੀਆਂ ਸੀਗੀਆਂ ਕਰਕੇ ਵੀ ਕਿਸੇ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਆ ਗਿਆ, ਕਿਸੇ 'ਚ ਉਹ ਹੈ ਨਹੀਂ, ਸਿੱਖ ਵਧੀਆਂ ਸੁਧੀਆਂ ਜਦੋਂ ਬਿਲੀਵ ਹੀ ਨਹੀਂ ਕਰਦਾ, ਵਾਈ ਡੂ ਵੀ ਹੈਵ ਟੂ ਫੋਲੋ ਦ ਬ੍ਰਾਹਮਣਿਕਲ ਕੈਲੰਡਰ। ਇਸ ਕਰਕੇ ਜਿਹੜਾ ਆਪਣਾ ਸਿੱਖ ਕੈਲੰਡਰ ਆ ਤੇ ਜਿਹੜਾ ਜੋ ਦੁਨੀਆ ਦੇ ਵਿੱਚ ਕੈਲੰਡਰ ਚੱਲ ਰਿਹਾ, ਜਿਨ੍ਹਾਂ ਤੇ ਕ੍ਰਿਸਮਸ ਵਗੈਰਾ ਸਾਰਾ ਕੁਝ ਮਨਾਇਆ ਜਾ ਰਿਹਾ, ਉਹ ਤੇ ਇਹ ਬਿਲਕੁਲ 101% ਮੇਲ ਖਾਂਦਾ ਹੈ। ਜੇ ਓਕੇ, ਮੈਂ ਇੱਥੇ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਸੀ, ਤੁਸੀਂ ਮੇਰੀ ਗੱਲ ਦਾ ਜਵਾਬ ਦੇ ਦਿੱਤਾ। ਜੇ ਇਹ 101% ਮੇਲ ਖਾਂਦਾ, ਫਿਰ ਅਸੀਂ ਇਹਨੂੰ ਸਿੱਖਾਂ ਦਾ ਵੱਖਰਾ ਕੈਲੰਡਰ ਕਿਉਂ ਕਹਿ ਰਹੇ ਹਾਂ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਵੀ ਆਪਾਂ ਜਿਹੜੀਆਂ ਆਪਣੀਆਂ ਡੇਟਾਂ, ਜੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਆਇਆ, ਉਹ ਹਰੇਕ ਸਾਲ 5 ਜਨਵਰੀ ਨੂੰ ਹੀ ਆਊਗਾ, ਇਹ ਨਹੀਂ ਕਿ ਐਤਕੀ 16 ਨੂੰ ਆ, ਅਗਲੀ 14 ਨੂੰ ਹੋਊ। ਸੋ ਇਸ ਕਰਕੇ ਜਿਹੜੀਆਂ ਸੰਗਰਾਂਦਾਂ ਜਾਂ ਜੋ ਵੀ ਗੁਰਬਾਣੀ ਦਾ 12ਵਾਂ ਉਹ ਇੱਕ ਸੈੱਟ ਕਰ ਦਿੱਤਾ ਵੀ ਉਹ ਉਸੇ ਤਰੀਕ ਨੂੰ ਹੀ ਆਉਣਗੀਆਂ, ਨਾ ਕਿ ਗਾਂਹ ਪਿਛਾਂ ਹੋਊਗਾ ਜਿਵੇਂ ਅੱਗੇ ਹੋ ਰਿਹਾ ਸੀਗਾ। ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਉੱਥੇ ਹੀ ਖੜਾ ਭਾਜੀ, ਤੁਸੀਂ ਕਿਹਾ ਸੀਗਾ ਕਿ ਆਇਡੈਂਟੀਟੀ ਦੇ ਨਾਲ ਇਹਨੂੰ ਜੋੜਿਆ ਸੀਗਾ। ਮੈਂ ਜਾਣਨਾ ਚਾਹੁੰਦਾ ਕਿ ਸਿੱਖ ਆਇਡੈਂਟੀਟੀ ਦੇ ਨਾਲ ਤੁਸੀਂ ਕੈਲੰਡਰ ਨੂੰ ਕਿਵੇਂ ਜੋੜ ਰਹੇ ਹੋ? ਮੈਨੂੰ ਐਕਚੁਅਲ ਦੇ ਵਿੱਚ ਜਿਸ ਦਿਨ ਦਾ ਕੈਲੰਡਰ ਹੋਂਦ ਚ ਆਇਆ ਆ, ਉਸ ਦਿਨ ਦਾ ਹੀ ਇਹ ਇੱਕ ਬਹੁਤ ਵੱਡਾ ਪ੍ਰਸ਼ਨ ਆ, ਜਿਹਦਾ ਉੱਤਰ ਬਹੁਤ ਰੇਅਰਲੀ ਮਿਲਦਾ ਹੈ ਜਾਂ ਅਜੇ ਤੱਕ ਪ੍ਰੋਪਰਲੀ ਮਿਲ ਵੀ ਨਹੀਂ ਪਾ ਰਿਹਾ, ਕਿ ਇੱਕ ਕੈਲੰਡਰ ਨੂੰ ਸਿੱਖ ਆਇਡੈਂਟੀਟੀ ਨਾਲ ਜੋੜਨਾ ਕਿੱਥੇ ਤੱਕ ਸਹੀ ਹੈ? ਸਿੱਖ ਆਇਡੈਂਟੀਟੀ ਕੀ ਹੁਣ ਇੱਕ ਕੈਲੰਡਰ ਦੇ ਉੱਤੇ ਸੀਮਤ ਹੋ ਕੇ ਰਹਿ ਜੂਗੀ? ਇੱਕ ਕੈਲੰਡਰ ਡਿਸਾਈਡ ਕਰੂਗਾ ਕਿ ਅਸੀਂ ਸਿੱਖ ਵੱਖਰੀ ਕੌਮ ਆ ਜਾਂ ਨਹੀਂ? ਅਗਰ ਬ੍ਰਾਹਮਣੀਕਲ ਕੈਲੰਡਰ ਨੂੰ ਅਸੀਂ ਫੋਲੋ ਕਰੀਏ ਤੇ ਕਿੰਨਾ ਸਿੱਖ ਵੱਖਰੀ ਕੌਮ ਨਹੀਂ ਰਹੂਗੀ, ਤੇ ਅਗਰ ਅਸੀਂ ਕਿੰਨਾ ਮੂਲ ਨਾਨਕਸ਼ਾਹੀ ਨੂੰ ਫੋਲੋ ਕਰੀਏ ਤੇ ਸਿੱਖ ਵੱਖਰੀ ਕੌਮ ਰਹੇਗੀ। ਇਹ ਜਿਹੜਾ ਡਿਫਰੈਂਸ ਆ, ਜਿਹੜੀ ਇਹ ਲਕੀਰ ਖਿੱਚੀ ਗਈ ਆ, ਮੈਂ ਇਸ ਲਕੀਰ ਦਾ ਉੱਤਰ ਚਾਹੁੰਦਾ ਹਾਂ। ਠੀਕ ਹੈ ਜੀ, ਇਹਦੇ 'ਚ ਨਾ ਆਪਾਂ ਜਿਹੜੀ ਤਿੰਨ ਡੇਟ ਸੀਗੀਆਂ, ਮੈਂ ਜੋ ਜੇ ਆਪਾਂ ਉਹਦੇ ਚਲੇ ਗਏ ਇਟ ਫਰਦਰ ਕ੍ਰੀਏਟ ਅਨਦਰ ਰਿਫਟ। ਜਿਹੜੀਆਂ 3 ਡੇਟਾਂ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, ਤਾਂ ਹੋਲਾ ਮਹੱਲਾ ਤੇ ਬੰਦੀ ਛੋੜ ਦਿਵਸ। ਇਹ ਅੱਜ ਕੀ ਹੋ ਗਿਆ ਹੈ ਕਿ ਜਿਹੜਾ ਬ੍ਰਾਹਮਣਿਕਲ ਕੈਲੰਡਰ ਨੂੰ ਤੁਸੀਂ ਫੋਲੋ ਕਰੋਗੇ ਤੇ ਤੁਹਾਡਾ ਸਿੱਖ ਕੌਮ ਦਾ ਉਹ ਹਾਲ ਹੋਣਾ ਹੈ ਵੀ ਜੋ ਜੈਨ ਧਰਮ ਦਾ ਹੋਇਆ, ਬੁੱਧ ਧਰਮ ਦਾ ਹੋਇਆ, ਉਹ ਇੰਡੀਆ ਦੇ ਵਿੱਚੋਂ ਸ਼ੁਰੂ ਹੋ ਕੇ ਅੱਜ ਉੱਥੋਂ ਖਤਮ ਹੋ ਗਿਆ, ਕਿਉਂਕਿ ਉਹਨਾਂ ਨੂੰ ਬ੍ਰਾਹਮਣਿਕਲ ਰਿਪੇਟ ਦੇ ਵਿੱਚ ਲੈ ਲਿਆ ਗਿਆ। ਜੇ ਆਪਾਂ ਸਿੱਖ ਕੌਮ ਦੀ ਗੱਲ ਕਰਦੇ ਆ, ਇਹ ਜਿਹੜੇ 3 ਦਿਨ ਸੀ ਨਾ, ਜਿੱਦਣ ਗੁਰੂ ਨਾਨਕ ਪਾਤਸ਼ਾਹ ਨੇ ਬਾਹਮਣ ਦਾ ਹੱਥ ਫੜਿਆ ਕਿ ਇਹ ਪੰਡਤ ਮੈਂ ਤੇਰਾ ਇਹ ਜਨੇਊ ਨਹੀਂ ਪਾਉਣਾ, ਉਹ ਇੱਕ ਬਹੁਤ ਵੱਡੀ ਕ੍ਰਾਂਤੀ ਸੀਗੀ ਦੁਨੀਆ ਦੇ ਵਿੱਚ। ਉਸ ਧਰਮ ਜਗਤ ਦੇ ਵਿੱਚ ਉਦੋਂ ਕੋਈ ਕੁਐਸਚਨ ਨਹੀਂ ਸੀ ਕਰਦਾ ਬਾਹਮਣ ਨੂੰ।
ਅੱਜ ਵੀ ਕੁਐਸਚਨ ਬਾਹਮਣ ਦੇ ਕੈਲੰਡਰ ਤੇ ਹੋਇਆ ਤੇ ਤਾਂ ਇਹ ਰੌਲਾ ਪੈ ਗਿਆ। ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ, ਉਹਨਾਂ ਨੇ ਕਿਹਾ ਮੈਂ ਤੇਰਾ ਜਨੇਊ ਨਹੀਂ ਪਾਉਣਾ। ਅੱਜ ਸਾਡੇ ਨਾਲ ਕੀ ਹੋਇਆ ਕਿ ਇਕੱਲੇ ਉਹਨਾਂ ਕੈਲੰਡਰਾਂ ਦੇ ਉੱਤੇ ਜੋ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਬਣਦੀ ਹੈ ਨਾ, ਸਿਰ ਦੇ ਪੱਗ ਦੇ ਦਸਤਾਰ ਦੇ ਉੱਤੋਂ ਦੀ ਧਾਗਾ ਪਾ ਕੇ, ਗਲ ਦੇ ਵਿੱਚ ਦੀ ਧਾਗਾ ਉਹ ਪਾ ਕੇ, ਉੱਤੇ ਇੱਕ ਰੁਦਰਾਕਸ਼ ਦੀ ਮਾਲਾ ਪਾ ਕੇ ਉਹ ਇੱਕ ਫੋਟੋ ਪ੍ਰਚਲਿਤ ਕਰ ਦਿੱਤੀ ਆ ਸਿੱਖਾਂ ਦੇ ਵਿੱਚ। ਸੋ ਉਹ ਇੱਕ ਮੈਂ ਤੁਹਾਨੂੰ ਉੱਥੇ ਵੱਲ ਹੀ ਲਿਜਾ ਰਿਹਾ, ਕੈਲੰਡਰ ਵੱਲ ਹੀ। ਸੋ ਜਸਟ ਬੇਅਰ ਵਿਦ ਮੀ। ਸੋ ਇਹ ਜਿਹੜੀ ਇਹ 3 ਡੇਟਾਂ ਹਜੇ ਫਾਈਨਲ ਨਹੀਂ ਸੀ ਹੋਈਆਂ। ਇਹ 95% ਕੈਲੰਡਰ ਲਾਗੂ ਕਰ ਦਿੱਤਾ ਸੀਗਾ। ਇਹਨਾਂ 3 ਡੇਟਾਂ ਦੇ ਉੱਤੇ ਹਜੇ ਕੁਝ ਸਾਧ ਸੰਤ ਜਿਹੜੇ ਡੇਰਿਆਂ ਵਾਲੇ ਅੜੇ ਹੋਏ ਸੀ ਵੀ ਚੇਂਜ ਨਹੀਂ ਹੋਣੀ ਚਾਹੀਦੀ, ਵੀ ਪਿੱਛੋਂ ਤੁਰਿਆ ਆਉਂਦਾ ਹੈ ਪ੍ਰਚਲਿਤ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਜਿਹੜੀ ਕੱਤਕ ਦੀ ਪੂਰਨਮਾਸ਼ੀ ਬ੍ਰਾਹਮਣਿਕਲ ਕੈਲੰਡਰ ਦੇ ਵਿੱਚ ਸਾਰਿਆਂ ਨਾਲੋਂ ਨੈਸ਼ ਦਿਨ ਗਿਣਿਆ ਜਾਂਦਾ ਹੈ। ਤੇ ਉਸ ਦਿਨ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਇਹਨਾਂ ਨੇ ਗੁਰਪੁਰਬ ਵਾਲੀ ਉਹ ਡੇਟ ਦੇ ਵਿੱਚ ਫਿੱਟ ਕਰ ਦਿੱਤਾ ਹੈ। ਇਹ ਕਿੱਡੀ ਵੱਡੀ ਸਾਜ਼ਿਸ਼ ਹੈ ਜਿਹੜੀ ਆਪਾਂ ਨੂੰ ਅਜੇ ਨਹੀਂ ਸਮਝ ਆਉਣੀ। ਜਦੋਂ ਤੁਸੀਂ ਸਮਝ ਆਉਂਦੀ ਹੈ ਸਿੱਖਾਂ ਨੂੰ ਉਹਦੇ ਨਾਲ ਮੈਂ ਉਹਦੇ ਪ੍ਰਤਪਾਲ ਜੀ, ਸਾਨੂੰ ਕੀ ਫਰਕ ਪੈਂਦਾ? ਅਸੀਂ ਜਦੋਂ ਉਸ ਚੀਜ਼ ਨੂੰ ਮੰਨਦੇ ਨਹੀਂ, ਸਾਡੇ ਵੱਲੋਂ ਉਹ ਮਨਹੂਸ ਹੋਵੇ, ਸਾਡੇ ਵੱਲੋਂ ਸ਼ੁਭ ਹੋਵੇ, ਅਸੀਂ ਉਸ ਚੀਜ਼ ਨੂੰ ਮੰਨਦੇ ਨਹੀਂ ਹੈਗੇ। ਜਦ ਸਾਨੂੰ ਉਹਦੇ ਫਰਕ ਕੀ? ਮੈਂ ਇਹੀ ਦੱਸਣਾ ਚਾਹੁੰਦਾ ਕਿ ਸਿੱਖਾਂ ਦੇ ਤਿਉਹਾਰ, ਦਿਨ ਤਿਉਹਾਰ ਹਿੰਦੂਇਜ਼ਮ ਨਾਲੋਂ ਡਿਫਰੈਂਟ ਸਨ। ਪੁਰੇਵਾਲ ਸਾਹਿਬ ਜਿੱਦਣ ਉਹ ਲੈ ਕੇ ਆਏ, ਉਹਨਾਂ ਨੇ ਉਹ ਕਿਤਾਬਾਂ, ਹਿਸਟੋਰੀਕਲ ਫੈਕਟਸ ਮੋਹਰੇ ਰੱਖੇ ਸਾਰੇ ਪੈਨਲ ਦੇ ਮੋਹਰੇ ਕਿ ਆਹ ਦੇਖੋ, ਆ ਫਲਾਨੀ ਤਰੀਕ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਤੇ ਸਿੱਖਾਂ ਨੇ ਦੀਪਮਾਲਾ ਕੀਤੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਉਹ ਦੀਵਾਲੀ ਵਾਲਾ ਦਿਨ ਨਹੀਂ ਸੀ। ਇਹ ਆਪਾਂ ਜੇ ਆਪਾਂ ਇਹ ਨਿਖੇੜਾ ਨਹੀਂ ਕਰਾਂਗੇ, ਫਿਰ ਆਪਾਂ ਉਸੇ ਸਿਸਟਮ ਦੇ ਵਿੱਚ, ਜਿਹਦੇ ਸਿਸਟਮ ਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਚੁੱਕੀ ਸੀ, ਉਸ ਸਿਸਟਮ ਦੇ ਵਿੱਚ ਗਰਕ ਜਾਵਾਂਗੇ। ਸੋ ਜਿੰਨਾ ਚਿਰ ਆਪਾਂ ਇਹ ਠੀਕ ਹੈ, ਅੱਜ ਇਹ ਗੱਲ ਬੜੀ ਔਖੀ ਹਜਮ ਹੋ ਰਹੀ ਹੈ, ਪਰ ਸਾਨੂੰ ਆਪਣੇ ਦਿਨ ਤਿਉਹਾਰ ਹਿੰਦੂਇਜ਼ਮ ਨਾਲੋਂ ਥੋੜ੍ਹਾ ਜਿਹਾ ਨਿਖੇੜਨ ਦੀ ਲੋੜ ਹੈ। ਜੋ ਸਾਡੀ ਹਿਸਟਰੀ ਕਹਿੰਦੀ ਹੈ, ਆਪਾਂ ਜੇ ਉਹਦੇ ਤੇ ਚੱਲਾਂਗੇ। ਇਨ ਰਿਐਲਿਟੀ ਜਿਹੜੀ ਆ ਮੈਂ ਡੇਟ ਦਾ ਗੱਲ ਕਰ ਰਿਹਾ, 1 ਵਿਸਾਖ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਉਂਦਾ ਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 1 ਵਿਸਾਖ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਸੰਗਤਾਂ ਨੂੰ ਇਕੱਠੇ ਕੀਤਾ ਸੀ। ਉਹ ਕੋਈ ਵਿਸਾਖੀ ਵਾਲਾ ਕੋਈ ਭੰਗੜਾ ਪਾਉਣ ਨਹੀਂ ਗਿਆ ਸੀ, ਕੋਈ ਹਾਰਵੈਸਟ ਸੀਜ਼ਨ ਦਾ। ਇਹ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਉਦਣ ਸੀ। ਪਰ ਅਜੇ ਇਹ 3 ਡੇਟਾਂ ਨੂੰ ਆਪਾਂ ਨਾ ਛੇੜੀਏ, ਕਿਉਂਕਿ ਇਹਦੇ ਤੇ ਜੋ 2003 ਦੇ ਵਿੱਚ ਸੈਟਿੰਗ ਹੋਈ ਸੀ, ਆਪਾਂ ਉਹਨੂੰ ਉਵੇਂ ਰਹਿਣ ਦਿੰਦੇ ਹਾਂ। ਪਰ ਐਟਲੀਸਟ ਜਿਹੜਾ 95% ਸਾਡਾ ਕੈਲੰਡਰ ਜਿਹੜਾ ਹੈ ਉਸ ਨੂੰ ਆਪਾਂ ਫੋਲੋ ਕਰਾਂਗੇ ਤਾਂ ਸਿੱਖ ਕੌਮ ਇੱਕ ਤਰੱਕੀ ਵਾਲੇ ਪਾਸੇ ਨੂੰ ਜਾਊਗੀ ਧਾਰਮਿਕ ਤੌਰ ਤੇ। ਮੇਰਾ ਸੰਦੀਪ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ। ਤੁਸੀਂ ਜਿਹੜੀ ਤੁਹਾਡੀ ਗੱਲਬਾਤ ਆ ਉਹ ਤੋਂ ਇਹ ਲੱਗ ਰਿਹਾ ਕਿ ਤੁਹਾਨੂੰ ਇਹ ਕੈਲੰਡਰ ਮਨਜ਼ੂਰ ਨਹੀਂ ਹੈ, ਜਾਂ ਤੁਸੀਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਦੇਖਦੇ ਹੋ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ SGPC ਦਾ ਕਿੱਦਾਂ ਦਾ ਰੋਲ ਹੈ? ਮੈਂ ਕੁਐਸਚਨ ਜਿਹੜਾ ਹੈਗਾ ਉੱਥੇ ਲੈ ਕੇ ਜਾਣਾ ਜਿੱਥੇ ਤੁਸੀਂ ਲਿਜਾਣਾ ਚਾਹੁੰਦੇ, ਮੈਂ ਉੱਥੇ ਤੁਹਾਨੂੰ ਡਾਇਰੈਕਟ ਪੁੱਛਦਾ, SGPC ਦਾ ਇਹਦੇ ਵਿੱਚ ਕਿੱਦਾਂ ਦਾ ਰੋਲ ਹੈ? ਤੁਹਾਨੂੰ ਇਹ ਲੱਗਦਾ ਕਿ SGPC ਨੇ ਜਿਹੜਾ ਕੈਲੰਡਰ ਇੱਕ ਵਾਰੀ ਲਾਗੂ ਕਰਕੇ ਉਸ ਤੋਂ ਬਾਅਦ ਚੇਂਜ ਕਿਸੇ ਰਾਜਨੀਤਿਕ ਪ੍ਰਭਾਵ ਥੱਲੇ ਜਾਂ ਕਿਸੇ ਹੋਰ ਧਰਮ ਦੀ ਕਿਸੇ ਸੰਸਥਾ ਦੇ ਪ੍ਰਭਾਵ ਥੱਲੇ ਕੀਤਾ? ਦੇਖੋ ਜੀ, ਜਿੱਥੇ ਤੱਕ ਮੇਰਾ ਕੰਸਰਨ ਆ, ਮੈਂ ਉਹਨਾਂ ਹੀ ਨੌਜਵਾਨਾਂ ਦੇ ਵਿੱਚੋਂ ਆਉਂਦਾ ਜਿਹੜਾ ਇਸ ਕੈਲੰਡਰ ਦੇ ਭੰਬਲ ਭੁੱਸੇ ਦੇ ਵਿੱਚ ਪਿਆ ਹੋਇਆ ਤੇ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਆ। ਮੇਰੀ ਪਰਸਨਲ ਰਾਏ ਜਿਹੜੀ ਆ ਉਹ ਹੋ ਸਕਦਾ ਕਿ ਪ੍ਰਿਤਪਾਲ ਭਾਈ ਉਹਨਾਂ ਨਾਲ ਹੀ ਮਿਲਦੀ ਹੋਵੇ, ਬਟ ਮੈਂ ਇਹ ਗੱਲ ਲਈ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੱਭਣੇ ਜ਼ਰੂਰੀ ਨੇ। ਜਿੱਥੇ ਤੱਕ ਸ਼੍ਰੋਮਣੀ ਕਮੇਟੀ ਦੀ ਗੱਲ ਹੈਗੀ ਆ, ਮੈਂ ਬਾਰ-ਬਾਰ ਉਸ ਸ਼੍ਰੋਮਣੀ ਕਮੇਟੀ ਆਰਗੇਨਾਈਜੇਸ਼ਨ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ। ਰੀਜ਼ਨ ਬੀਇੰਗ ਕਿ ਜਿੰਨਾ ਕੁ ਬੇੜਾ ਗਰਕ ਉਸ ਆਰਗੇਨਾਈਜੇਸ਼ਨ ਨੇ ਸਿੱਖ ਕੌਮ ਦਾ ਕੀਤਾ ਆ, ਸ਼ਾਇਦ ਇਤਿਹਾਸ ਦੇ ਵਿੱਚ ਮਸੰਦਾਂ ਨੇ ਵੀ ਨਾ ਉਹਨਾਂ ਕੀਤਾ ਹੋਵੇ। ਸ਼੍ਰੋਮਣੀ ਕਮੇਟੀ ਦੀ ਵੱਡੀ ਗਲਤੀ ਸੀ ਕਿ ਜਦੋਂ ਤੁਸੀਂ ਕੌਮ ਦੇ ਐਡੇ ਵੱਡੇ ਡਿਸੀਜਨਸ ਲੈਣੇ ਆ, ਉਦੋਂ ਤੁਸੀਂ ਕਮਿਊਨਿਟੀ ਤੋਂ ਪੁੱਛੇ ਬਿਨਾ ਜਾਂ ਕਮਿਊਨਿਟੀ ਦੇ ਜਿਹੜਾ ਵੱਡੇ ਹਿੱਸੇ ਨੂੰ ਕੌਨਫੀਡੈਂਸ 'ਚ ਲਿੱਤੇ ਬਿਨਾ ਜਦੋਂ ਇਹੋ ਜਿਹੀਆਂ ਡਿਸੀਜਨਸ ਲਓਗੇ, ਉਦੋਂ ਜੋ ਅੱਜ ਸਥਿਤੀ ਬਣੀ ਆ ਕਿ ਭਰਾ ਦੇ ਅਗੇਂਸਟ ਹੋਇਆ ਫਿਰਦਾ ਆ, ਸਿੱਖ ਕੌਮ ਖੇਰੂ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਹੈ। ਇਹਦੇ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਆ ਅਤੇ ਉਹ ਜਥੇਦਾਰ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਕੌਮ ਦੀ ਸੁਚੱਜੀ ਅਗਵਾਈ ਨਹੀਂ ਕੀਤੀ।
ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਲਈ ਜਿਹੜੇ ਸਵਾਲ ਮੈਂ ਪੁੱਛ ਰਿਹਾ ਆ ਉਹ ਇਸ ਲਈ ਪੁੱਛ ਰਿਹਾ ਕਿਉਂਕਿ ਇਹ ਸਵਾਲ ਮੇਰੇ ਤੋਂ ਪੁੱਛੇ ਗਏ ਨੇ ਜਦੋਂ ਵੀ ਹੁਣੇ 5 ਤਰੀਕ ਦੇ ਜਿਹੜੇ ਗੁਰਪੁਰਬ ਸੀਗਾ ਉਹਦੇ ਲਈ ਮੈਂ ਕਿਸੇ ਨੂੰ ਇਨਵੀਟੇਸ਼ਨ ਦਿੱਤੀ ਤੇ ਉਹਨਾਂ ਨੇ ਅੱਗੇ ਸਵਾਲ ਕੀਤਾ ਔਰ ਮੈਨੂੰ ਉਹ ਸਵਾਲ ਮੈਂ ਤਾਈਓ ਚਾਹੁੰਦਾ ਕਿ ਪ੍ਰਿਤਪਾਲ ਭਾਜੀ ਹੋਣੀ ਮੇਰੇ 2-3 ਸਵਾਲਾਂ ਦਾ ਜਵਾਬ ਦੇਣ ਕਿ ਇਹਨੂੰ ਆਇਡੈਂਟੀਟੀ ਦੇ ਨਾਲ ਕਿਵੇਂ ਜੋੜਦੇ ਪਏ ਆ। ਅਜੇ ਤੱਕ ਉਹਦਾ ਮੈਨੂੰ ਪ੍ਰੋਪਰ ਜਵਾਬ ਨਹੀਂ ਮਿਲਿਆ। ਦੂਸਰਾ ਸਵਾਲ ਮੇਰਾ ਆਇਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਚੋਂ ਗੁਰੂ ਅੰਗਦ ਦੇਵ ਜੀ ਗੁਰੂ ਲਾਈਕ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਤੱਕ ਉਸ ਤੋਂ ਬਾਅਦ ਚੋਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਫਿਰ ਉਸ ਤੋਂ ਬਾਅਦ ਚੋਂ ਵੀ ਮਹਾਰਾਜਾ ਰਣਜੀਤ ਸਿੰਘ ਆਈ ਜਿੱਥੇ ਤੱਕ ਸਿੱਖ ਰਾਜ ਰਿਹਾ ਹੈਗਾ ਮੈਂ ਸਿਰਫ ਉੱਥੇ ਤੱਕ ਹੀ ਹਿਸਟਰੀ ਨੂੰ ਰੱਖਾਂ ਕਿ ਉਦੋਂ ਤੱਕ ਸਿੱਖ ਕੌਮ ਕੋਲੇ ਕੋਈ ਵੀ ਸਿਆਣਾ ਦਿਮਾਗ ਨਹੀਂ ਸੀ ਆਇਆ ਕਿ ਉਹ ਕੈਲੰਡਰ ਨੂੰ ਅਲੱਗ ਕਰਦੇ ਡਿਫਰੈਂਸ਼ੀਏਟ ਕਰਦੇ। ਐਸਾ ਕੀ ਹੋਇਆ ਕਿ ਓਵਲੀਆਂ ਡੇਟਸ ਦੇ ਵਿੱਚ ਜਦੋਂ ਆਪਾਂ ਇੰਨੇ ਸਾਲਾਂ ਤੋਂ ਉਹ ਦਿਨ ਮਨਾ ਰਹੇ ਹਾਂ ਪਹਿਲੀ ਗੱਲ ਹੈ ਕਿ ਪਰਪਸ ਕੀ ਹੈ ਦਿਨ ਮਨਾਉਣ ਦਾ। ਪਰਪਸ ਤਾਂ ਇਹ ਹੈ ਨਾ ਕਿ ਜਿਹੜੀਆਂ ਸਿਖਲਾਈ ਗੁਰੂ ਸਾਹਿਬ ਨੇ ਦਿੱਤੀ ਆ ਉਹਨੂੰ ਅਸੀਂ ਆਪਣੇ ਆਪ 'ਚ ਅਪਣਾਉਣਾ ਆ। ਉਹ ਭਾਵੇਂ 5 ਤਰੀਕ ਨੂੰ ਹੋਵੇ ਤੇ ਭਾਵੇਂ ਉਹ 16 ਤਰੀਕ ਨੂੰ ਹੋਵੇ। ਪਰਪਸ ਤਾਂ ਉਹ ਜੀਵਨ ਜਾਚ ਨੂੰ ਅਡਾਪਟ ਕਰਨਾ ਆ। ਮੈਨੂੰ ਨਹੀਂ ਲੱਗਦਾ ਕਿ 5 ਦੀ ਜਗ੍ਹਾ 16 ਜਾਂ 16 ਦੀ ਜਗ੍ਹਾ 25 30 ਜਾਂ ਪਹਿਲੀ ਤਰੀਕ ਵੀ ਹੋਵੇ ਉਹਨਾਂ ਕੋਈ ਜ਼ਿਆਦਾ ਡਿਫਰੈਂਸ ਆਉਂਦਾ ਹੈ। ਗੱਲ ਤਾਂ ਉਸ ਟੀਚਿੰਗਸ ਨੂੰ ਅਡਾਪਟ ਕਰਨ ਦੀ ਆ। ਪਰ ਕੀ ਉਸ ਇਤਿਹਾਸ ਦੇ ਵਿੱਚ ਤੁਹਾਨੂੰ ਕਿਤੇ ਵੀ ਇਹ ਨਜ਼ਰ ਆਉਂਦਾ ਆ ਕਿ ਉਸ ਕੈਲੰਡਰ ਨਵੇਂ ਕੈਲੰਡਰ ਨੂੰ ਪੈਦਾ ਕਰਨ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈਗੀ। ਦੂਸਰੀ ਗੱਲ ਜਿਹੜਾ ਹੁਣ ਵੀ ਕੈਲੰਡਰ ਆ ਜਿਹਨੂੰ ਅਸੀਂ ਮੂਲ ਨਾਨਕਸ਼ਾਹੀ ਕਹਿੰਦੇ ਹੈਗੇ ਆ ਉਸ 'ਚ ਪਰਮਾਨੈਂਟ ਡੇਟਸ ਦੇਣ ਦੀ ਗੱਲ ਹੈਗੀ ਆ ਉਹ ਜੂਲੀਅਨ ਕੈਲੰਡਰ ਦੇ ਹਿਸਾਬ ਨਾਲ ਹੋ ਰਿਹਾ ਆ। ਉਹ ਕੁਛ ਨਾ ਕੁਛ ਕਿ ਨਾ ਮੈਂ ਗੋਰਿਆਂ ਦੇ ਕੈਲੰਡਰ ਨੂੰ ਗੋਰਿਆਂ ਦੇ ਨਾਲ ਮਿਕਸ ਮੈਚ ਕਰਨ ਦੀ ਗੱਲ ਕੁਛ ਨਾ ਕੁਛ ਉੱਦਾਂ ਲੱਗ ਰਿਹਾ ਆ। ਕੁਛ ਨਾ ਕੁਛ ਨੇ ਐਸੇ ਕਰਕੇ ਸਵਾਲ ਕੀਤਾ ਸੀ ਉਹਨਾਂ ਨੇ ਕਿ 101% ਉਹੀ ਜਿਹੜਾ ਇਤਿਹਾਸ ਆ ਉਹ ਪੰਜਾਬੀ ਮਹੀਨਿਆਂ ਦੇ ਹਿਸਾਬ ਨਾਲ ਲਿਖਿਆ ਗਿਆ ਆ ਜਿੰਨਾ ਕੁ ਵੀ ਮਿਲਦਾ ਆ। ਹੁਣ ਪੰਜਾਬੀ ਮਹੀਨਿਆਂ ਦੀਆਂ ਡੇਟਸ ਨੂੰ ਜਦੋਂ ਅਸੀਂ ਗੋਰਿਆਂ ਦੀਆਂ ਮਹੀਨਿਆਂ ਦੇ ਵਿੱਚ ਕਨਵਰਟਸ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਦੇ ਵਿੱਚ ਕਿਤੇ ਨਾ ਕਿਤੇ ਦਾ ਮਿਸਮੈਚ ਹੋਊਗਾ ਹੀ ਹੋਊਗਾ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਕਿਸ ਤਰੀਕੇ ਨਾਲ ਦਿੰਦੇ? ਪਹਿਲਾਂ ਤਾਂ ਜੀ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਇਹ 2003 ਦੇ ਵਿੱਚ ਕੈਲੰਡਰ ਲਾਗੂ ਹੋਇਆ ਨਾ ਉਦੋਂ ਇਹ ਨਹੀਂ ਸੀ ਵੀ ਸ਼੍ਰੋਮਣੀ ਕਮੇਟੀ ਨੇ ਲਾਗੂ ਕਰਤਾ। ਉਦੋਂ ਬਹੁਤ ਵੱਡਾ ਪੈਨਲ ਬੈਠਾ ਸੀ ਜਿਵੇਂ ਉਹਦੇ ਵਿੱਚ ਸਾਰੇ ਹੀ ਗਰੁੱਪਾਂ ਨੂੰ ਸ਼ਮੂਲੀਅਤ ਉਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਇਹ ਡੇਰੇਵਾਦ ਵਾਲੇ ਵੀ ਸਾਰੇ ਜਿੰਨੇ ਮਤਲਬ ਸਾਰੇ ਧੜਿਆਂ ਦੇ ਵਿੱਚ ਜਿੰਨੇ ਵੀ ਕੁਐਸਚਨ ਜਾਂ ਕੰਸਰਨ ਸੀਗੇ ਇਹ ਉਦੋਂ ਇਹ ਉਹਨਾਂ ਦੇ ਆਨਸਰ ਕੀਤੇ ਗਏ ਤਾਂ ਇਹ ਲਾਗੂ ਹੋਇਆ ਸੀ। ਪਰ ਜਦੋਂ ਐਤਕੀ ਰੱਦ ਕੀਤਾ ਸ਼੍ਰੋਮਣੀ ਕਮੇਟੀ ਨੇ ਉਦੋਂ ਉਹਨਾਂ ਨੇ ਇਕੱਲਿਆਂ ਨੇ ਕੀਤਾ। ਉਹਨਾਂ ਨੇ ਕੀ ਕੀਤਾ ਵੀ ਦੋਨਾਂ ਕੈਲੰਡਰਾਂ ਦੀਆਂ ਡੇਟਾਂ ਲੈ ਕੇ ਇੱਕ ਕੈਲੰਡਰ ਬਣਾ ਦਿੱਤਾ। ਇਟ ਇਜ਼ ਨਾਟ ਐਜ਼ ਸਿੰਪਲ ਐਜ਼ ਦੈਟ। ਇਹ ਇੱਕ ਸੋਲਰ ਕੈਲੰਡਰ ਹੈ ਤੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਇਹ ਕ੍ਰਿਸਚੀਅਨ ਕੈਲੰਡਰ ਦੇ ਨਾਲ ਮੈਚ ਵਾਲੀ ਗੱਲ ਨਹੀਂ ਹੈ। ਇਹ ਇੱਕ ਸੋਲਰ ਕੈਲੰਡਰ ਹੈ। ਇਹ 12 ਮਾਹ ਦੇ ਅਨੁਕੂਲ ਜੋ ਗੁਰਬਾਣੀ ਦੇ ਆਧਾਰ ਤੇ ਇਹ ਕੈਲੰਡਰ ਤਿਆਰ ਕੀਤਾ ਗਿਆ ਸੀ। ਇਹ ਕੋਈ ਏਡੀ ਸਿੰਪਲ ਗੱਲ ਨਹੀਂ ਵੀ ਤੁਸੀਂ ਮੂਹਰੇ ਪੇਪਰ ਰੱਖੋ ਐਂਡ ਤੁਸੀਂ 30 ਦਿਨ ਵਾਏ ਤੇ ਗਾਂਹ ਪਛਾਂ ਕੇ ਇੱਧਰ ਕਰ ਲਿਓ ਇੱਧਰ ਕਰ ਲਓ। ਇੰਨੀ ਸੌਖੀ ਨਹੀਂ ਹੈ ਕੈਲਕੂਲੇਸ਼ਨ। ਜਿਹੜੇ ਬੰਦੇ ਨੇ 1963 ਤੋਂ ਲੱਗ ਕੇ ਜਾ ਕੇ 2003 ਦੇ ਵਿੱਚ ਜਾ ਕੇ ਲਾਗੂ ਹੋਇਆ ਤੁਸੀਂ ਸੋਚੋ ਹਾਊ ਮਚ ਬ੍ਰੇਨ ਵੈਂਟ ਬਿਹਾਈਂਡ ਇਟ ਆਪਣੇ ਬੰਦਿਆਂ ਕੋ। ਜੇ ਹੁਣ ਆਪਾਂ ਗੱਲ ਕਰ ਰਹੇ ਵੀ ਭਾਈ ਤਾਰੂ ਸਿੰਘ ਉਹਨਾਂ ਦੀਆਂ ਜਿੱਦਾਂ ਵੀ ਜੋ ਸ਼ਹਾਦਤਾਂ ਇੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਦੀ ਪੂਰਨਮਾਸ਼ੀ ਤੇ ਲਿਆ ਕੇ ਖੜਾਤਾ ਪਹਿਲੀ ਵਿਸਾਖ ਤੋਂ। ਸੋ ਉਹ ਇਦੋਂ ਵੱਡੀ ਸਾਡੇ ਨਾਲ ਤਰਾਸਦੀ ਕੀ ਹੋ ਸਕਦੀ ਆ ਕਿ ਕੀ ਸਿੱਖ ਵਧੀਆਂ ਸੁਧੀਆਂ 'ਚ ਬਿਲੀਵ ਕਰਦਾ। ਜੇ ਆਪਾਂ ਨੂੰ ਮੈਨੂੰ ਮੇਰਾ ਖਿਆਲ ਤੁਸੀਂ ਗੱਲ ਦੂਜੇ ਪਾਸੇ ਜਾ ਰਹੇ ਵੀ ਤੁਸੀਂ ਕ੍ਰਿਸਚੀਅਨ ਕੈਲੰਡਰ ਦੇ ਨਾਲ ਜਾਂ ਉਹਦੇ ਨਾਲ ਜੋੜਿਆ ਜਾ ਰਿਹਾ। ਕੀ ਤੁਹਾਨੂੰ ਵਧੀਆਂ ਸੁਧੀਆਂ ਮਨਜ਼ੂਰ ਹੈ ਬ੍ਰਾਹਮਣਿਕਲ ਕੈਲੰਡਰ ਵਾਲੀਆਂ? ਸਾਡੇ ਗੁਰਪੁਰਬ ਮਿਸਿੰਗ ਹੋ ਜਾਂਦੇ ਆ। ਇੱਕ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਨਹੀਂ ਆਊ ਤੇ ਤੁਸੀਂ ਉਹ ਕੈਲੰਡਰ ਨੂੰ ਤੁਸੀਂ ਸਮਝਦੇ ਹੋ ਵੀ ਉਹ ਸਹੀ ਹੈ ਤੇ ਜੋ ਸੋਲਰ ਕੈਲੰਡਰ ਸਿੱਖ ਕੌਮ ਦਾ ਆਪਦਾ ਉਹਨੂੰ ਆਪਾਂ ਗਲਤ ਕਵਾਂਗੇ? ਇੱਥੇ ਗੱਲ ਇਹ ਗੱਲ ਜਿਹੜੀ ਤੁਸੀਂ ਹੁਣ ਪੁਆਇੰਟ ਕਿਹਾ ਨਾ ਇਸ ਪੁਆਇੰਟ ਦੀ ਮੈਂ ਕਾਫੀ ਚਿਰ ਤੋਂ ਵੇਟ ਕਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮੈਂ ਕਿਹਾ 1999 ਦੇ ਵਿੱਚ ਸ਼ਾਇਦ ਸਾਲ 'ਚ 2 ਵਾਰੀ ਆਇਆ ਤੇ ਉਸ ਤੋਂ ਅਗਲੇ ਸਾਲ ਨਹੀਂ ਆਇਆ। ਉਸ ਗੱਲ ਨੂੰ ਤਾਂ ਮੈਂ ਸਮਝਣ ਨੂੰ ਤਿਆਰ ਹੈਗਾ ਆ ਕਿ ਹਾਂ ਇਹ ਰੀਜ਼ਨਸ ਹੋ ਸਕਦੇ ਨੇ ਇਸ ਕੈਲੰਡਰ ਨੂੰ ਅਡਾਪਟ ਕਰਨ ਲਈ। ਪਰ ਜਦੋਂ ਤੁਸੀਂ ਇਹਨੂੰ ਇੱਕ ਆਇਡੈਂਟੀਟੀ ਦੇ ਨਾਲ ਜੋੜੋਗੇ ਤੇ ਉਦੋਂ ਉਹਦੇ ਅਗੇਂਸਟ ਕੁਐਸਚਨਸ ਖੜੇ ਹੁੰਦੇ ਆ ਕਿ ਕੀ ਸਿੱਖ ਕੌਮ ਦੀ ਆਇਡੈਂਟੀਟੀ ਇੱਕ ਕੈਲੰਡਰ ਤੇ ਸੀਮਤ ਹੋ ਕੇ ਰਹਿ ਗਈ ਹੈ? ਦੇਖੋ
ਤੁਸੀਂ ਆਈ ਡੋਂਟ ਨੋ ਆਊਟ ਆਫ ਕੰਟੈਕਸਟ ਉਹਨੂੰ ਲੈ ਰਹੇ ਹੋ, ਪਰ ਕੀ ਸਿੱਖ ਆਪਾਂ ਨੂੰ ਇੰਨਾ ਆਪਣੇ ਤੇ ਕੌਨਫੀਡੈਂਸ ਹੈ ਨਹੀਂ ਕਿ ਸਿੱਖ ਐਡੇ ਵਿਦਵਾਨ ਹੈਗੇ ਸਾਡੇ ਕੋਲ ਵੀ ਜਿਹੜੇ ਇੱਕ ਇਹੋ ਜਿਹੀ ਇੱਕ ਨਿਵੇਕਲੀ ਚੀਜ਼ ਦੁਨੀਆ ਨੂੰ ਦਿੱਤੀ ਕ੍ਰੀਏਟ ਕਰਕੇ ਆਪਾਂ ਉਹਨੂੰ ਉਹਦੇ ਮਤਲਬ ਤੱਥਾਂ ਤੇ ਜਾਏ ਬਿਨਾ ਵੀ ਨਹੀਂ ਜੀ ਆਪਾਂ ਨਵੇਂ ਕੈਲੰਡਰ, ਹੁਣ ਮੈਂ ਉਹ ਗੱਲ ਕਰ ਰਿਹਾ ਸੀ ਵੀ ਜੇ ਆਪਾਂ ਮਣਾ ਸੇਰਾਂ ਤੋਂ ਕਿਲੋਆਂ ਤੋਂ ਪੌਂਡਾਂ ਤੇ ਆ ਗਏ ਆ ਤੇ ਕੋਵਾਟ ਤੋਂ ਮੀਲਾਂ ਦੇ ਵਿੱਚ ਆ ਕੇ ਤੇ ਹੁਣ ਕਿਲੋਮੀਟਰਾਂ 'ਚ ਆ ਗਏ ਆ, ਤਬਦੀਲੀ ਆਏਗੀ। ਦੇਖੋ ਇੱਕ ਟਾਈਮ ਸੀ, ਇੱਕ ਤਾਰ ਸਰੰਗੀਆਂ ਰਬਾਬ ਵੀ ਤੋਂ ਸ਼ੁਰੂ ਹੋਇਆ, ਅੱਜ ਹਾਰਮੋਨੀਅਮ ਤੇ ਆ ਕੇ ਖੜ ਗਿਆ ਕੰਮ। ਕੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਇਹ ਕਵਾਂਗੇ ਵੀ ਜੇ ਅੱਜ ਹਾਰਮੋਨੀਅਮ ਨਾਲ ਕੀਰਤਨ ਹੋ ਰਿਹਾ ਤੇ ਅਸੀਂ ਸ਼ਬਦ ਨਹੀਂ ਸੁਣਨਾ? ਇਹ ਚੇਂਜ ਜਿਹੜਾ ਸਟੈਗਨੇਸ਼ਨ ਜਿਹੜੀ ਹੈ ਨਾ, ਖੜਾ ਪਾਣੀ ਮੁਸ਼ਕ ਮਾਰਨ ਲੱਗ ਜਾਂਦਾ, ਵਗਦੇ ਦਰਿਆਵਾਂ ਦੇ ਵਿੱਚ ਨਵੀਂ ਤਬਦੀਲੀ ਆਉਂਦੀ ਹੈ। ਹਾਂ, ਇਹਦਾ ਜਵਾਬ ਹੈ ਕਿ ਜਿਹੜੇ ਤੁਸੀਂ ਐਗਜ਼ਾਮਪਲ ਦਿੱਤੇ ਨਾ, ਮੈਂ ਉਸੇ ਐਗਜ਼ਾਮਪਲ 'ਚ ਤੁਹਾਨੂੰ ਜਵਾਬ ਦੇਣਾ ਚਾਹਾਂਗਾ ਕਿ ਗੁਰਮਤ ਸੰਗੀਤ ਦਾ ਜਿਹੜਾ ਕਿਰਦਾਰ ਆ ਉਹ ਨੀਚੇ ਡਿੱਗਿਆ। ਅਗਰ ਵਾਜਿਆਂ ਤੇ ਆਇਆ ਆ ਤਾਂ ਕਿਰਦਾਰ ਨੀਚੇ ਡਿੱਗਿਆ। ਸਾਡਾ ਜਿਹੜਾ ਕਲਾਸੀਕਲ ਮਿਊਜ਼ਿਕ ਗੁਰਮਤ ਸੰਗੀਤ ਦਾ ਸੀਗਾ ਬਹੁਤ ਉੱਚਾ ਸੀ, ਰਬਾਬੀ ਗਾਇਕੀ ਜਿਹੜੀ ਸੀ ਉਹ ਗਾਇਬ ਹੋ ਗਈ ਹੈਗੀ। ਉਸੇ ਤਰੀਕੇ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਖੜੇਪਨ ਦੀ, ਜਾਂ ਕਿ ਨਾ ਮੈਂ ਸਾਨੂੰ ਟਾਈਮ ਦੇ ਨਾਲ ਚੇਂਜਸ ਦੀ ਲੋੜ ਹੈਗੀ ਆ। ਮੈਂ ਸਮਝਦਾ ਕਿ ਸਿੱਖ ਕਮਿਊਨਿਟੀ ਐਸੀ ਕਮਿਊਨਿਟੀ ਹੈ, ਇੱਕ ਐਸੀ ਕੌਮ ਆ ਜਿਹਨੂੰ ਟਾਈਮ ਨਾਲ ਚੇਂਜਸ ਦੀ ਇਸ ਲਈ ਲੋੜ ਨਹੀਂ ਹੈ ਕਿਉਂਕਿ ਅਸੀਂ ਟਾਈਮ ਤੋਂ ਬਹੁਤ ਐਡਵਾਂਸ ਆ। ਸਾਡਾ ਸਿਧਾਂਤ ਸਾਨੂੰ ਸਾਡੀ ਬਾਣੀ ਨੇ ਜੋ ਅੱਜ ਤੋਂ ਇੰਨੇ ਸਾਲ ਪਹਿਲਾਂ ਪਾਤਾਲਾ ਪਾਤਾਲ ਲੱਖ ਅਗਾਸਾ ਆਗਾਸ ਇੰਨੇ ਸਾਲ ਪਹਿਲਾਂ ਦੱਸਦਾ ਸੀ ਕਿ ਅਨੇਕਾਂ ਪਤਾਲ ਨੇ, ਅਨੇਕਾਂ ਧਰਤੀਆਂ ਨੇ, ਉਹ ਸਾਇੰਸ ਅੱਜ ਲੱਭ ਪਾ ਰਹੀ ਹੈਗੀ ਆ। ਸੋ ਜਦੋਂ ਤੁਹਾਡਾ ਧਰਮ ਇੰਨਾ ਨਿਵੇਕਲਾ ਹੋਵੇ, ਜਦੋਂ ਤੁਹਾਡੇ ਧਰਮ ਦੇ ਵਿੱਚ ਕਰੋੜਾਂ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਉਹ ਚੀਜ਼ਾਂ ਲੱਭੀਆਂ ਹੋਣ ਜੋ ਅਜੇ ਵੀ ਸਾਇੰਸ ਨਾਲ ਲੱਭ ਸਕੀ ਤੇ ਹੋ ਸਕਦਾ ਅਗਲੇ ਕਰੋੜਾਂ ਸਾਲ ਵੀ ਨਾ ਲੱਭ ਸਕੇ, ਉਦੋਂ ਫਿਰ ਸਟੈਗਨੇਸ਼ਨ ਆਉਣੀ ਜਾਂ ਖੜਾਪਨ ਆਉਣਾ ਉਹ ਗੁਰਮਤ ਦੀ ਰੋਸ਼ਨੀ ਦੇ ਵਿੱਚ ਮੈਨੂੰ ਵਾਰੇ ਨਹੀਂ ਆਉਂਦਾ ਹੈ। ਓਕੇ ਸੰਦੀਪ ਜੀ, ਮੈਂ ਜਦੋਂ ਦੀ ਗੱਲਬਾਤ ਚੱਲ ਰਹੀ ਹੈ ਮੈਨੂੰ ਇਦਾਂ ਲੱਗ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਕੈਲੰਡਰ ਦੇ ਨਾਲ ਸਹਿਮਤ ਹਾਂ, ਪਰ ਤੁਹਾਡੀ ਗੱਲਬਾਤ ਤੋਂ ਲੱਗ ਰਿਹਾ ਕਿ ਤੁਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦਾ ਕੋਈ ਚੇਂਜ ਕੀਤਾ ਜਾਵੇ। ਜਿਸ ਤਰ੍ਹਾਂ ਦੀ ਪਰੰਪਰਾ ਚੱਲੀ ਆਉਂਦੀ ਹੈ ਉਸ ਤਰ੍ਹਾਂ ਦੀ ਪਰੰਪਰਾ ਨੂੰ ਨਿਭਾਇਆ ਜਾਵੇ। ਨਹੀਂ ਕੁਲਵੀਰ ਜੀ, ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਆਪਾਂ 16 ਤਰੀਕ ਨੂੰ ਇੱਕ ਦੋ ਗੁਰਦੁਆਰੇ ਮਨਾ ਰਹੇ ਨੇ 16 ਤਰੀਕ ਵਾਲਾ ਗੁਰਪੁਰਬ। ਜਿਸ ਦਿਨ ਆਪਾਂ ਉਹਨਾਂ ਦੇ ਗੈਸਟਸ ਨੂੰ ਇਨਵਾਈਟ ਕਰਾਂਗੇ, ਇਹੋ ਜਿਹੀ ਸਵਾਲ ਉਹਨਾਂ ਲਈ ਨਹੀਂ ਹੈ। ਅਸੀਂ ਬਿਲਕੁਲ ਮੇਰਾ 16 ਤਰੀਕ ਨੂੰ ਗੁਰਦੁਆਰਾ ਸਾਹਿਬ ਜਿੱਥੋਂ ਹੋਵੇਗਾ ਅਸੀਂ ਉਹਨਾਂ ਨੂੰ ਬੁਲਾਵਾਂਗੇ, ਅਸੀਂ 5 ਬੁਲਾਵਾਂਗੇ ਕਿਉਂਕਿ ਇਹ ਕਨਫਿਊਜ਼ਨ ਸਿਰਫ ਮੇਰੀ ਨਹੀਂ ਹੈਗੀ। ਬੀਇੰਗ ਅ ਸਿੱਖ ਮੇਰਾ ਖਿਆਲ ਆ ਹਰ ਸਿੱਖ ਦੇ ਮਨ ਦੇ ਵਿੱਚ ਗੱਲ ਹੈਗੀ ਆ ਕਿ ਇਹ ਕਿਹੜੀ ਡੇਟ ਨੂੰ ਅਸੀਂ ਮਨਾਇਆ ਜਾਵੇ ਜਾਂ ਦੋਨੋਂ ਮਨਾਈਆਂ ਜਾਣ ਜਾਂ ਕਿਹੜੀ ਡੇਟ ਮਨਾਈ ਜਾਵੇ, ਇਹ ਕਨਫਿਊਜ਼ਨ ਹੈਗੀ ਆ। ਔਰ ਇਹਨੂੰ ਮੇਰਾ ਖਿਆਲ ਆ ਇਹਨੂੰ ਜਿਹੜੀ ਕਿਸੇ ਸਾਡੀ ਕੋਈ ਸਿੱਖਾਂ ਦੀ ਕੋਈ ਬਾਡੀ ਹੈਗੀ ਆ, ਸ਼੍ਰੋਮਣੀ ਕਮੇਟੀ ਨੂੰ ਅਸੀਂ ਇੱਕ ਪਾਸੇ ਕਹਿ ਦਿੰਦੇ ਹਾਂ ਕਿ ਇਹਨੂੰ ਆਹ ਅਧਿਕਾਰ ਨਹੀਂ ਹੈਗਾ, ਇਹਨੂੰ ਆਹ ਅਧਿਕਾਰ ਨਹੀਂ ਹੈਗਾ, ਅਸੀਂ ਉਹ ਕੈਲੰਡਰ ਲਾਗੂ ਕਰਦੀ ਆ, ਉਹ ਕੈਲੰਡਰ ਜਿਹੜੀ ਹੈਗੀ ਆ ਉਹਨੂੰ ਮੁੜ ਕੇ ਕੈਂਸਲ ਕਰ ਦਿੰਦੀ ਆ। ਇੱਕ ਕਿਹੜੀ ਬਾਡੀ ਹੋਵੇ, ਕਿੱਥੋਂ ਸਾਨੂੰ ਇੱਕ ਜਿਹੜਾ ਦਿਸ਼ਾ ਨਿਰਦੇਸ਼ ਸਿੱਖਾਂ ਨੂੰ ਮਿਲੇ, ਇਸ ਗੱਲ ਦੇ ਉੱਪਰ ਚਰਚਾ ਕਰਨੀ ਵੀ ਬਣਦੀ ਆ ਕਿਉਂਕਿ ਸਿਰਫ ਇਸੇ ਗੱਲ ਦੇ ਉੱਪਰ ਕਨਫਿਊਜ਼ਨ ਨਹੀਂ ਹੈਗੀ। ਅਸੀਂ ਪਿਛਲੇ ਸਮੇਂ ਦੇ ਉੱਪਰ ਝਾਤ ਮਾਰੀਏ ਤਾਂ ਇਸ ਵੇਲੇ ਸਿੱਖੀਜ਼ਮ ਦੇ ਵਿੱਚ ਹਰ ਜਿਹੜਾ ਮੁੱਦਾ ਹੈਗਾ ਉਹਦੇ ਉੱਪਰ 2 ਰਾਏ ਜਾਂ 3 ਰਾਏ ਵੀ ਹੈਗੀਆਂ, ਜਿਹਦੀ ਕੋਈ ਕਲੈਰੀਫਿਕੇਸ਼ਨ ਨਹੀਂ ਹੈਗੀ। ਹਰ ਇੱਕ ਬੰਦਾ ਆਪਣੀ ਜਿਹੜੀ ਗੱਲ ਹੈਗੀ ਆ ਉਹਨੂੰ ਕਹਿ ਰਿਹਾ ਕਿ ਮੇਰੀ ਗੱਲ ਪ੍ਰਤੱਖ ਹੈਗੀ, ਮੇਰੀ ਗੱਲ ਪ੍ਰਤੱਖ ਹੈਗੀ ਆ। ਜੇ ਇਹ ਕੈਲੰਡਰ ਦੀ ਗੱਲ ਵੀ ਹੈਗੀ ਆ, ਇਹਦੇ ਬਾਰੇ ਵੀ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਸਿੱਖ ਵੀਰ ਹੈਗੇ ਆ, ਸਿੱਖ ਕਮਿਊਨਿਟੀ ਹੈਗੀ ਆ, ਉਹਦੀ ਇਹ ਕਨਫਿਊਜ਼ਨ ਜਿਹੜੀ ਆ ਦੂਰ ਹੋਵੇ। ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ 16 ਤਰੀਕ ਤੋਂ ਬਾਅਦ ਜਿਹੜਾ ਗੁਰਪੁਰਬ ਸਾਹਿਬ ਮਨਾਏ ਜਾਣਗੇ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੇ 16 ਤਰੀਕ ਨੂੰ ਗੁਰਪੁਰਬ ਸਾਹਿਬ ਮਨਾਏ ਜਾਣ ਅਸੀਂ ਉਹਨਾਂ ਨੂੰ ਵੀ ਇੱਥੇ ਬੁਲਾਈਏ ਸਟੂਡੀਓ ਦੇ ਵਿੱਚ, ਤੇ ਮੁੜ ਕੇ ਪ੍ਰਿਤਪਾਲ ਜੀ ਨੂੰ ਵੀ ਬੁਲਾਈਏ ਜਿਨ੍ਹਾਂ ਨੇ 5 ਤਰੀਕ ਨੂੰ ਮਨਾਇਆ, ਤੇ ਉਸ ਦਿਨ ਅਸੀਂ ਕੋਈ ਕਨਕਲੂਜਨ ਕੱਢਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਇਹ ਸਾਡਾ ਇਹਦੇ 'ਚ ਸਾਨੂੰ ਕਿੱਥੇ ਕਨਫਿਊਜ਼ ਹੋ ਰਹੇ ਆ, ਸਾਨੂੰ ਕੀ ਫੋਲੋ ਕਰਨਾ ਚਾਹੀਦਾ, ਸਾਡੇ ਲਈ ਕੀ ਅਹਿਮ ਹੈਗਾ। ਜਿੱਦਾਂ ਸੰਦੀਪ ਜੀ ਨੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਸਾਡੇ ਲਈ ਅਹਿਮ ਹੈਗਾ ਸਾਡੇ ਗੁਰੂ ਸਾਹਿਬਾਂ ਦਾ ਦਿੱਤਾ ਹੋਇਆ ਸੰਦੇਸ਼, ਉਹਨਾਂ ਦੀ ਦਿੱਤੀ ਹੋਈ ਸਿੱਖਿਆ, ਤੇ ਉਹਦੇ ਲਈ ਜੇ ਅਸੀਂ ਕੋਈ ਡੇਟਾ ਫਿਕਸ ਕਰ ਲੈਂਦੇ ਹਾਂ, ਮੈਨੂੰ ਪਰਸਨਲ ਤੌਰ ਤੇ ਲੱਗਦਾ
ਕਿ ਉਹ ਜਿਸ ਤਰ੍ਹਾਂ ਨਵੇਂ ਕੈਲੰਡਰ ਵਿੱਚ ਕੀਤਾ ਉਹ ਜ਼ਿਆਦਾ ਵਧੀਆ ਤਰੀਕਾ ਹੋਏਗਾ, ਬਜਾਏ ਇਹਦੇ ਕਿ ਅਸੀਂ ਕਿਸੇ ਵੀ ਅੰਧ ਵਿਸ਼ਵਾਸ ਵਿੱਚ ਪੈ ਕੇ ਤਰੀਕਾਂ ਦਾ ਜਿਹੜਾ ਹੈਗਾ ਉਹ ਚੈਨ ਕਰੀਏ। ਵਧੀਆ ਇਹ ਹੋਗਾ ਕਿ ਇੱਕ ਤਰੀਕ ਕੋਈ ਮਿਥ ਲਈ ਗਈ ਆ, ਅਸੀਂ ਉਹਨੂੰ ਉਸ ਤਰੀਕ ਦੇ ਉੱਪਰ ਸਾਰੀ ਜਿਹੜੀ ਹੈਗੀ ਸਿੱਖ ਕੌਮ ਉਹ ਇੱਕ ਸੁਰ ਹੋ ਕੇ ਉਹਦੇ ਤੇ ਗੱਲ ਕਰੇ। ਸੰਦੀਪ ਜੀ, ਚਲਦੇ ਚਲਦੇ ਮੈਂ ਤੁਹਾਡੇ ਤੋਂ ਇੱਕ ਵਾਰੀ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਸਾਡੇ ਕੋਲ ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ, ਜਾਂ ਇਹਨੂੰ ਲਾਗੂ ਹੋਣਾ ਚਾਹੀਦਾ, ਨਹੀਂ ਲਾਗੂ ਹੋਣਾ ਚਾਹੀਦਾ, ਇਹਦਾ ਕੋਈ ਹੱਲ ਤੁਹਾਨੂੰ ਨਿਕਟ ਭਵਿੱਖ 'ਚ ਦਿਖਦਾ? ਦੇਖੋ ਜੀ, ਜਿਹੜੇ ਸਵਾਲ ਮੈਂ ਪੁੱਛਦਾ ਪਿਆ ਸੀ ਪ੍ਰਿਤਪਾਲ ਭਾਜੀ ਹੁਣਾਂ ਤੋਂ, ਉਹ ਸਿਰਫ ਤੇ ਸਿਰਫ ਕੁਝ ਕਨਫਿਊਜ਼ਨਸ ਕੱਢਣ ਲਈ ਸੀਗਾ, ਹੋਰ ਆਮ ਲੋਕਾਂ ਦੇ ਕਨਫਿਊਜ਼ਨਸ ਕੱਢਣ ਲਈ ਸੀਗਾ। ਮੈਂ ਸਮਝਦਾ ਹਾਂ ਕਿ ਸਾਡੀ ਜਨਰੇਸ਼ਨ ਨੂੰ, ਸਾਡੇ ਲੋਕਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸਿੱਖਾਂ ਦੀ ਹੋਂਦ ਜਿਹੜੀ ਆ ਉਹ ਛੋਟੀਆਂ-ਛੋਟੀਆਂ ਚੀਜ਼ਾਂ ਦੇ ਉੱਤੇ ਜ਼ਰੂਰ ਡਿਪੈਂਡ ਕਰਦੀ ਹੈ। ਭਾਵੇਂ ਉਹ ਕੈਲੰਡਰ ਦਾ ਮਸਲਾ ਹੋਵੇ ਤੇ ਭਾਵੇਂ ਉਹ ਸਿੱਖਾਂ ਦੀ ਦਸਤਾਰ ਦਾ ਫਰਾਂਸ ਮਸਲਾ ਹੋਵੇ, ਜਾਂ ਸਾਡੀ ਆਇਡੈਂਟੀਟੀ ਦਾ ਜਿੱਥੇ ਮਰਜ਼ੀ ਮਸਲਾ ਹੋਵੇ, 25-20 ਧਾਰਾ ਦਾ ਮਸਲਾ ਹੋਵੇ, ਜਿੱਥੇ ਵੀ ਸਿੱਖ ਕੌਮ ਨੂੰ ਆਪਣੀ ਵਿਲੱਖਣਤਾ ਸ਼ੋਅ ਕਰਨ ਦਾ ਮੌਕਾ ਮਿਲਦਾ ਹੈ, ਸਾਨੂੰ ਜ਼ਰੂਰ ਉਹ ਕਰਨਾ ਚਾਹੀਦਾ ਆ। ਮੈਂ ਸਮਝਦਾ ਕਿ ਜਿਹੜਾ ਕੈਲੰਡਰ ਲਾਗੂ ਹੋਇਆ ਆ, ਉਸ ਕੈਲੰਡਰ ਦੀਆਂ ਤਰੀਕਾਂ ਸਾਡੇ ਘਰ ਘਰ ਪਹੁੰਚੀਆਂ ਹੋਣੀਆਂ ਚਾਹੀਦੀਆਂ ਨੇ, ਤੇ ਉਹ ਦਿਨ ਜਿਹੜੇ ਨੇ, ਉਹ ਦਿਨ ਸਾਨੂੰ ਗੁਰਦੁਆਰੇ ਜਾ ਕੇ ਥੋੜ੍ਹਾ ਚਿਰ ਸੇਵਾ ਕਰਕੇ ਉਹ ਵਿਚਾਰ ਸੁਣ ਕੇ, ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ, ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ, ਉਹਨਾਂ ਨੂੰ ਅਡਾਪਟ ਕਰਕੇ ਜਿਹੜਾ ਆਜ਼ਾਦ ਹੋਂਦ ਦਾ, ਜਿਹੜੀ ਗੱਲ ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਨੂੰ ਇੱਕ ਸਾਥ ਜਿਹਾ ਸ਼ੋਅ ਕਰ ਦੇਣਾ, ਮੈਨੂੰ ਲੱਗਦਾ ਹੈ ਕਿ ਇਹ ਸਿੱਖ ਇਤਿਹਾਸ ਦੇ ਨਾਲ ਬਹੁਤ ਵੱਡਾ ਧੱਕਾ ਹੈ। ਇੱਕ ਰੈਵੋਲੂਸ਼ਨਰੀ ਬੰਦੇ ਨੂੰ ਤੁਸੀਂ ਇੱਕ ਮਾਲਾ ਫੜਾਉਣ ਵਾਲਾ ਇਕੱਲਾ ਕੰਮ ਕਰ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਲਾ ਦੇ ਨਾਲ ਸਾਨੂੰ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਦਿੱਤਾ ਹੈ, ਉਹ ਅਡਾਪਟ ਕਰਨ ਦੀ ਲੋੜ ਹੈ, ਤੇ ਹਰ ਤਰੀਕੇ ਦੇ ਨਾਲ ਹਰ ਫੀਲਡ ਦੇ ਵਿੱਚ ਸਾਨੂੰ ਅੱਗੇ ਵਧਣ ਦੀ ਲੋੜ ਹੈਗੀ ਆ। ਉਹਦੇ ਨਾਲ ਮੈਂ ਸਮਝਦਾ ਹਾਂ ਕਿ ਅਗਰ ਕੁਝ ਇਹੋ ਜਿਹੀਆਂ ਗੱਲਾਂ ਹੋਣ ਵੀ ਜਿਹਦੇ ਕਰਕੇ ਦੋਨਾਂ ਗਰੁੱਪਸ ਦੇ ਵਿੱਚ ਕੁਛ ਨਾ ਕੁਛ ਕੰਪਰੋਮਾਈਜ਼ਸ ਤੇ ਵੀ ਆਉਂਦੇ ਹੈਗੇ ਆ, ਕਿਸੇ ਵੀ ਤਰੀਕੇ ਦੇ ਨਾਲ ਕੌਮ ਦੇ ਵਿੱਚ ਜਿੰਨੇ ਮਸਲੇ ਨੇ ਉਹਨਾਂ ਦਾ ਹੱਲ ਕੱਢਣਾ ਜ਼ਰੂਰੀ ਹੈ। ਉਹ ਬੰਦ ਕਮਰਿਆਂ ਦੇ ਵਿੱਚ ਹੱਲ ਨਿਕਲਣਾ ਚਾਹੀਦਾ, ਤੇ ਉਹਦੇ ਨਾਲ ਇੱਕ ਪੋਜ਼ਿਟਿਵ ਊਰਜਾ ਨਿਕਲਣੀ ਚਾਹੀਦੀ ਹੈ। ਪ੍ਰਿਤਪਾਲ, ਮੈਂ ਤੁਹਾਡੇ ਨਾਲ ਵੀ ਜਾਂਦੇ ਜ਼ਰੂਰ ਗੱਲ ਕਰਾਂਗਾ। ਸ਼ੋਅ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਕਿ ਇਹਦਾ ਹੱਲ ਹੋ ਸਕਦਾ, ਕਿਤੇ ਜਾ ਕੇ ਕੋਈ ਇੱਕ ਸੁਰ ਜਿਹੜਾ ਸਿੱਖ ਕਮਿਊਨਿਟੀ ਹੋ ਸਕਦੀ ਹੈ ਇਸ ਮੁੱਦੇ ਦੇ ਉੱਤੇ? ਹਾਂਜੀ, ਮੇਰਾ ਇਹ ਕਹਿਣਾ ਹੈ ਕਿ ਜੇ ਸਿੱਖ ਵਿਸ਼ਾਲ ਇੱਕ ਛਾਤਰ ਦਿਮਾਗ ਹੋ ਕੇ ਸੋਚੀਏ ਤਾਂ ਦੋ ਗੱਲਾਂ ਸਹੀ ਨਹੀਂ ਹੁੰਦੀਆਂ। ਇੱਕ ਆ ਵੀ ਠੀਕ ਆ ਵੀ ਓਕੇ ਆ, ਇਹ ਤਕੜਾ ਤੂੰ ਵੀ ਮਾੜਾ, ਇਹ ਵੀ ਨਹੀਂ, ਉਹਦੇ 'ਚ ਆਪਾਂ ਹੱਲ ਨਹੀਂ ਕੱਢਦੇ। ਦੇਰ ਸ਼ੁੱਡ ਬੀ ਕਲੀਅਰ, ਸਪਸ਼ਟ ਹੋਣਾ ਚਾਹੀਦਾ ਵੀ ਦੋ ਚੀਜ਼ਾਂ ਸਹੀ ਨਹੀਂ ਹੁੰਦੀਆਂ, ਵੀ ਆ ਵੀ ਸਹੀ ਆ ਤੇ ਆ ਵੀ ਸਹੀ ਆ। ਸਹੀ ਇੱਕੋ ਹੀ ਚੀਜ਼ ਹੁੰਦੀ ਆ। ਤੇ ਅੱਜ ਤੁਸੀਂ ਥੋੜ੍ਹਾ ਜਿਹਾ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਵੀ ਅੱਜ ਤੁਹਾਨੂੰ ਕੀ ਜੋ ਅਕਾਲ ਤਖਤ ਤੇ ਕਾਬਜ਼ ਜਥੇਦਾਰ ਉਹ ਮਨਜ਼ੂਰ ਹੈ ਕਿ ਜਿਹੜੇ ਸਾਡੀ ਕੌਮ ਦੇ ਅਸਲੀ ਜਥੇਦਾਰ ਹੋਣੇ ਚਾਹੀਦੇ, ਸਾਨੂੰ ਉਹ ਮਨਜ਼ੂਰ ਹੈ। ਕਿਉਂਕਿ ਗਲਤੀਆਂ ਆਪਾਂ ਨੂੰ ਟਰਾਂਸਪੇਰੈਂਸੀ ਦੇ ਤੌਰ ਤੇ ਆਪਾਂ ਨੂੰ ਵਿੱਚ ਦੀ ਸ਼ੀਸ਼ੇ ਵਾਂਗੂ ਆਪਾਂ ਨੂੰ ਸਾਫ਼ ਹੈ ਵੀ ਉੱਥੇ ਕੀ ਹੋ ਰਿਹਾ। SGPC ਨੇ ਜਿੱਦਣ ਉਹ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ, ਉਦਣ ਸਾਰੀਆਂ ਧਿਰਾਂ ਇਕੱਠੀਆਂ ਬੈਠੀਆਂ ਸੀ। ਜਿੱਦਣ ਉਹਨੂੰ ਰੱਦ ਕੀਤਾ ਉਦਣ ਕੱਲਾ ਮੱਕੜ ਹੋਣਾ ਨੇ, SGPC ਨੇ ਕੱਲਿਆਂ ਨੇ ਬਗੈਰ ਸਾਰੀ ਕੌਮ ਦੇ ਨਾਲ ਸਲਾਹ ਕੀਤੇ ਉਹ ਰੱਦ ਕਰ ਦਿੱਤਾ। ਸੋ ਇਹ ਜਿਹੜੀਆਂ ਗੇਮਾਂ ਆ, ਕੀ ਅੱਜ ਅਸੀਂ ਜਾ ਕੇ ਆਪਦੇ ਕੈਨੇਡਾ ਦੇ ਵਿੱਚ ਲਾਗੂ ਹੋਏ ਸਿੱਖ ਕੈਲੰਡਰ ਨੂੰ ਜਾ ਕੇ ਉਹਨਾਂ ਨੂੰ ਸਰਕਾਰਾਂ ਨੂੰ ਦੱਸੀਏ ਕਿ ਸਾਡੇ ਆਕਿਆਂ ਨੇ ਉੱਥੇ SGPC ਵਾਲਿਆਂ ਨੇ ਕੱਲਿਆਂ ਨੇ ਬੇਹੁਦਰੀ ਕਰਕੇ ਉਹ ਕੈਲੰਡਰ ਚੇਂਜ ਕਰ ਦਿੱਤਾ, ਜਾਂ ਦੋ ਕੈਲੰਡਰ ਲੈ ਕੇ ਬਣਾਤਾ ਜਿਹਦੇ ਵਿੱਚ ਹੋਰ ਕਨਫਿਊਜ਼ਨ ਵੱਧ ਗਈ ਹੈ ਸਿੱਖ ਕੌਮ ਦੀ। ਸੋ ਇਹ ਤਾਂ ਆਪਾਂ ਨੂੰ ਸਿੱਖ ਕੌਮ ਨੂੰ ਆਪ ਤੀਖਣ ਬੁੱਧੀ ਰੱਖਣ ਦੀ ਲੋੜ ਹੈ। ਤੇ ਆਮ ਸ਼ੋਰ ਕਿ ਆਪਾਂ ਬਾਹਰ ਬੈਠੇ ਡਾਇਸਪੋਰਾ ਸਿੱਖਸ ਖਾਸ ਕਰਕੇ ਇਸ ਚੀਜ਼ ਤੋਂ ਬਹੁਤ ਅਵੇਅਰ ਨੇ। ਆਪਾਂ ਪੜ੍ਹਦੇ ਹਾਂ, ਆਪਾਂ ਸੁਣਦੇ ਹਾਂ, ਵੀ ਫੋਲੋ ਦ ਨਿਊਜ਼। ਆਪਣੀ ਰਿਸਰਚ ਕਰੋ ਜਾ ਕੇ। 2003 ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਵਾਲਾ, ਉਹ ਤੁਸੀਂ ਡੀਟੇਲ 'ਚ ਦੇਖ ਲਓ ਵੀ ਕਿਵੇਂ ਸੂਰਜ ਤੇ ਕਿਵੇਂ ਚੰਦਰਮਾ ਦੀਆਂ ਜੋ ਡੀਟੇਲ ਦੇ ਵਿੱਚ ਉਹਨਾਂ ਨੇ ਉੱਥੇ ਰੱਖਿਆ ਹੋਇਆ। ਮੈਂ ਇਸ ਕਰਕੇ ਨਹੀਂ ਵੀ ਕੋਈ ਪੁਰੇਵਾਲ ਸਾਹਿਬ ਦਾ ਫੈਨ ਆ, ਪਰ ਮੈਨੂੰ ਇੰਨਾ ਪਤਾ ਹੈ ਕਿ ਜੇ ਸਿੱਖ ਇੱਕ ਵੱਖਰੀ ਕੌਮ ਹੈ ਤੇ ਜੇ ਸਿੱਖਾਂ ਦਾ ਇੱਕ ਵੱਖਰਾ ਕੈਲੰਡਰ ਹੈ ਤੇ ਸਾਡੀ ਇਹ ਹੋਂਦ ਦੇ ਵਿੱਚ ਇੱਕ ਵੱਖਰਾ ਨਿਸ਼ਾਨ ਹੈ, ਸਾਡੀ ਇੱਕ ਵੱਖਰੀ ਦਿੱਖ ਹੈ। ਸੋ ਜੇ ਮੈਨੂੰ ਘੱਟੋ ਘੱਟ ਇੱਕ ਵਿਕਰਮੀ ਕੈਲੰਡਰ ਨਹੀਂ ਮਨਜ਼ੂਰ,
ਮੈਂ ਲੂਨਰ ਕੈਲੰਡਰ 'ਚ ਬਲੀਵ ਨਹੀਂ ਕਰਦਾ। ਸੋਲਰ ਕੈਲੰਡਰ ਸਿੱਖਾਂ ਦਾ ਆਪਦਾ ਕੈਲੰਡਰ ਹੈ, ਤੇ ਮੈਂ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ 'ਚ ਜੇ ਕੋਈ ਡਿਸਕਸ਼ਨ ਹੋਰ ਹੋਊਗੀ ਤਾਂ ਆਪਾਂ ਜ਼ਰੂਰ ਉਸ ਵਿੱਚ ਆਵਾਂਗੇ। ਥੈਂਕ ਯੂ। ਇਸ ਦੇ ਨਾਲ ਹੀ ਦਰਸ਼ਕਾਂ ਤੋਂ ਮੈਂ ਇਜਾਜ਼ਤ ਲੈਣੀ ਚਾਹਾਂਗਾ। ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਅਸੀਂ ਜਦੋਂ ਵੀ ਕੋਈ ਵੀ ਮੁੱਦਾ ਇੱਥੇ ਡਿਸਕਸ ਕਰਦੇ ਹਾਂ, ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ, ਅਸੀਂ ਹਰ ਇੱਕ ਪੱਖ ਤੋਂ ਉਹਦੇ ਉੱਪਰ ਸਵਾਲ ਜ਼ਰੂਰ ਕਰਦੇ ਹਾਂ। ਅਸੀਂ ਕਿਉਂਕਿ ਸਾਡਾ ਪੂਰਾ ਜਿਹੜਾ ਵਿਸ਼ਵਾਸ ਹੈ ਕਿ ਅਸੀਂ ਅਗਰ ਜ਼ਿਆਦਾ ਤੋਂ ਜ਼ਿਆਦਾ ਕਿਸੇ ਮੁੱਦੇ ਦੇ ਉੱਪਰ ਸਵਾਲ ਕਰਾਂਗੇ ਤਾਂ ਉਹਦੇ ਮੁੱਦੇ ਦੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਪਰਤਾਂ ਖੁੱਲਣਗੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਲੈਰੀਫਿਕੇਸ਼ਨ ਹੈਗੀ ਜਿਹੜੀ ਸਾਡੇ ਦਰਸ਼ਕਾਂ ਤੱਕ ਪਹੁੰਚੇਗੀ। ਇਸ ਤਰ੍ਹਾਂ ਦੇ ਜਿਹੜੇ ਸੈਂਸਿਟਿਵ ਇਸ਼ੂਜ਼ ਹੈਗੇ ਨੇ, ਜਦੋਂ ਅਸੀਂ ਉਹਦੇ ਉੱਪਰ ਗੱਲ ਕਰਦੇ ਹਾਂ, ਕਈ ਵਾਰ ਕੁਝ ਐਸੀ ਗੱਲ ਮੂੰਹੋਂ ਨਿਕਲ ਜਾਂਦੀ ਹੈ ਜਿਹੜੀ ਕਿਸੇ ਦੇ ਦਿਲ ਨੂੰ ਵੀ ਲੱਗ ਸਕਦੀ ਹੈ, ਕਿਸੇ ਨੂੰ ਹਰਟ ਕਰ ਸਕਦੀ ਹੈ। ਅਗਰ ਸਾਡੇ ਵਿੱਚੋਂ ਕਿਸੇ ਵੱਲੋਂ ਵੀ ਇਹੋ ਜਿਹੀ ਕੋਈ ਗੱਲ ਕਰ ਦਿੱਤੀ ਗਈ ਹੋਵੇ ਤੇ ਅਸੀਂ ਉਹਦੇ ਲਈ ਮਾਫੀ ਦੇ ਜਾਚਕਾਂ, ਸਾਨੂੰ ਮਾਫ ਕੀਤਾ ਜਾਵੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਕੋਈ ਮੁੱਦਾ ਹੁੰਦਾ ਉਹਦੇ ਉੱਪਰ ਇਸੇ ਤਰ੍ਹਾਂ ਵਿਚਾਰ ਚਰਚਾ ਕਰਦੇ ਰਹੀਏ ਤੇ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਸਾਂਝ ਬਣਾ ਕੇ ਰੱਖੀਏ। ਤੁਸੀਂ ਵੀ ਸਾਡੇ ਨਾਲ ਸਾਂਝ ਬਣਾ ਕੇ ਰੱਖਿਆ ਕਰੋ। ਆਪਣੇ ਜਿਹੜੇ ਸਵਾਲ ਹੈਗੇ ਨੇ ਉਹ ਸਾਨੂੰ ਸਾਡੇ ਫੋਨ ਨੰਬਰ ਤੇ ਫੋਨ ਕਰਕੇ ਦੱਸ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਤੇ ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ।